ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਨੇ ਧਰਤੀ ਦੇ ਤਖਤੇ ਦੇ ਉੱਤੇ ਹਰ ਵਕਤ ਇੱਕ ਨਵੀਂ ਪਿਰਤ, ਇੱਕ ਨਵੇਕਲੀ ਵਿਚਾਰ ਮਨੁੱਖਤਾ ਦੀ ਝੋਲੀ ਦੇ ਅੰਦਰ ਪਾ ਕੇ ਇੱਕ ਵਡਮੁੱਲਾ ਇਤਿਹਾਸ ਸਿਰਜਿਆ ਹੈ। ਸੰਸਾਰਕ ਪੱਧਰ ਦੀ ਜ਼ਿੰਦਗੀ ਜਿਉਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਵਿਚਾਰਾਂ ਨੇ, ਉਹਨਾਂ ਦੀਆਂ ਵਿਚਾਰਾਂ ਇਸ ਤਰ੍ਹਾਂ ਦੀਆਂ ਨੇ ਕਿ ਮਨੁੱਖ ਦੀ ਜ਼ਿੰਦਗੀ ਦਾ ਜਿਹੜਾ ਬਚਪਨਾ ਹੁੰਦਾ ਹੈ ਉਹ ਹੱਸਣ ਖੇਡਣ ਵਾਸਤੇ ਮਿਲਦਾ ਹੈ। ਜਵਾਨੀ ਜਿਹੜੀ ਉਹ ਖਾਣ ਪੀਣ ਵਾਸਤੇ, ਮੌਜ ਮਸਤੀਆਂ ਕਰਨ ਵਾਸਤੇ ਮਿਲਦੀ, ਔਰ ਬੁਢੇਪਾ ਜਿਹੜਾ ਉਹ ਕੇਵਲ ਮੰਜੇ ਦੇ ਬਿਸਤਰਾਂ ਦੇ ਉੱਤੇ ਪੈ ਕੇ ਜਾਂ ਫਿਰ ਹੌਸਪਿਟਲਾਂ ਦੇ ਵਿੱਚ ਬਹੁਤ ਵਾਰ ਵੇਖਦੇ ਹਾਂ ਆਪਾਂ, ਬਜ਼ੁਰਗੀ ਗੁਜ਼ਰ ਜਾਂਦੀ ਹੈ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਵਿਚਾਰਾਂ ਸਨ, ਉਹਨਾਂ ਨੂੰ ਮੁੱਢੋਂ ਹੀ ਨਕਾਰ ਦਿੱਤਾ ਹੈ। ਤੁਸੀਂ ਦੇਖੋ ਵੀ ਇੱਥੇ ਧਾਰਮਿਕ ਲੋਕਾਂ ਨੇ ਮਨੁੱਖਤਾ ਦੀ ਸੰਸਾਰਕ ਪੱਧਰ ਦੇ ਜੀਵਨ ਨੂੰ, ਮਨੁੱਖ ਦੀ ਜ਼ਿੰਦਗੀ ਨੂੰ 100 ਸਾਲ ਵਿੱਚ ਵੰਡ ਕੇ 25-25 ਸਾਲਾਂ ਦੇ ਆਸ਼ਰਮ ਤਿਆਰ ਕਰਕੇ ਉਹਨਾਂ ਨੂੰ ਵੰਡ ਕੇ ਇਹ ਤਾਂ ਕਹਿ ਦਿੱਤਾ ਹੈ ਬਈ ਜਿਹੜਾ ਅਖੀਰਲਾ 25 ਤੋਂ 75 ਤੋਂ ਲੈ ਕੇ 100 ਸਾਲ ਸਾਕਾ ਸਮਾਂ ਉਹ ਸੰਨਿਆਸ ਲੈਣ ਦਾ ਹੈ। ਇਹਦੇ ਵਿੱਚ ਬੰਦਾ ਘਰ-ਬਾਰ ਨੂੰ ਤਿਆਗ ਕੇ ਸੰਨਿਆਸ ਲੈ ਲਵੇ, ਔਰ 25 ਸਾਲਾਂ ਦਾ ਸਮਾਂ ਉਹ ਬਾਣਪ੍ਰਸਤ ਦਾ ਉਹਨਾਂ ਨੇ ਨਿਸ਼ਚਿਤ ਕਰ ਦਿੱਤਾ। ਉਹਨਾਂ ਚੋਂ 25 ਸਾਲ ਦਾ ਸਮਾਂ ਗ੍ਰਸਥ ਆਸ਼ਰਮ ਦੇ ਰੂਪ ਦੇ ਅੰਦਰ ਉਹਨਾਂ ਨੇ ਨਿਸ਼ਚਿਤ ਕੀਤਾ ਇਤਿਆਦਿਕ। ਪਰ ਤੁਸੀਂ ਹੁਣੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੇ ਵਿੱਚ ਇੱਕ ਪਾਵਨ ਸ਼ਲੋਕ ਪੜ੍ਹਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਨੇ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਮਨੁੱਖ ਦੀ ਜ਼ਿੰਦਗੀ ਦੀਆਂ, ਸਤਿਗੁਰੂ ਕਹਿੰਦੇ ਇਹਦੇ ਜੀਵਨ ਦੀਆਂ ਇਹ 3 ਅਵਸਥਾਵਾਂ ਨੇ। ਬਚਪਨ ਤੋਂ ਇਹਦਾ ਜੀਵਨ ਆਰੰਭ ਹੁੰਦਾ ਹੈ ਤੇ ਬਜ਼ੁਰਗੀ ਤੇ ਜਾ ਕੇ ਇਹਦੇ ਜੀਵਨ ਦੀ ਸਮਾਪਤੀ ਹੋ ਜਾਂਦੀ ਹੈ। ਪਰ ਇਸ ਦੇ ਦੌਰਾਨ ਜੇ ਕਿਤੇ ਮਨੁੱਖ ਬਚਪਨ ਦੇ ਅੰਦਰ ਸਾਹਿਬ ਦੇ ਪਾਵਨ ਚਰਨਾਂ ਦੇ ਨਾਲ ਜੁੜ ਜਾਏ, ਸਤਿਗੁਰੂ ਕਹਿੰਦੇ ਉਹਦਾ ਬਚਪਨਾ ਸਫਲ ਹੋ ਜਾਂਦਾ ਹੈ। ਜੇ ਕੋਈ ਜਵਾਨੀ ਵਿੱਚ ਆ ਕੇ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਕਰ ਲਵੇ, ਉਹਦੀ ਜਵਾਨੀ ਸਫਲ ਹੋ ਜਾਂਦੀ ਹੈ। ਜੇ ਕੋਈ ਬਜ਼ੁਰਗੀ ਦੇ ਵਿੱਚ ਆ ਕੇ 60 ਤੋਂ ਉੱਪਰ ਦੀ ਉਮਰ ਹੋਵੇ, ਉਹ ਗੁਰੂ ਚਰਨਾਂ ਵਿੱਚ ਜੁੜ ਕੇ ਸਾਹਿਬ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਵੇ ਨਾ, ਸਤਿਗੁਰੂ ਕਹਿੰਦੇ ਉਹਦੀ ਬਜ਼ੁਰਗੀ ਸਫਲ ਹੋ ਜਾਂਦੀ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੇ ਬਚਪਨ ਦੀ ਤਸਵੀਰ ਨੂੰ ਬਦਲ ਕੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੇ ਬਜ਼ੁਰਗੀ ਦੀ ਤਸਵੀਰ ਨੂੰ ਜਿਹੜਾ ਉਹ ਬਦਲ ਕੇ ਰੱਖ ਦਿੱਤਾ। ਅਸੀਂ ਅਕਸਰ ਸੰਸਾਰ ਦੇ ਵਿੱਚ ਇਹ ਗੱਲ ਕਹਿ ਦਿੰਦੇ ਆ ਬਈ ਬੱਚਾ ਤੇ ਸਿਆਣਾ ਇੱਕ ਬਰਾਬਰ ਹੋ ਜਾਂਦੇ ਨੇ ਅਕਲ ਦੇ ਵਜੋਂ, ਕਿਉਂਕਿ ਅਸੀਂ ਬੱਚੇ ਨੂੰ ਵੀ ਇਹ ਮੰਨਦੇ ਆ ਬਈ ਉਹਦੇ ਕੋਲ ਬਹੁਤੀ ਅਕਲ ਨਹੀਂ, ਤੇ ਅਸੀਂ ਬਜ਼ੁਰਗ ਨੂੰ ਵੀ ਜਾ ਕੇ ਕਹਿ ਦਿੰਦੇ ਆ ਬਈ ਹੁਣ ਇਹ 60 ਤੋਂ ਉੱਪਰ ਚਲਾ ਗਿਆ, ਇਹ 17 ਦਾ ਹੋ ਗਿਆ, ਇਹ ਹੁਣ ਮਤਹੀਣ ਹੋ ਕੇ ਆਪਣਾ ਜੀਵਨ ਗੁਜ਼ਾਰ ਰਿਹਾ ਹੈ। ਮੈਨੂੰ ਖਿਮਾ ਕਰਿਆ ਜੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਜ਼ਿੰਦਗੀ ਬਸਰ ਕਰਨ ਵਾਲਿਆਂ ਵਾਸਤੇ ਇਹ ਬਚਨ ਨਹੀਂ।
ਇੱਥੇ ਤਾਂ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ, ਜਦੋਂ ਕਿਸੇ ਤਵਾਰੀਖ ਦੇ ਅੰਦਰ ਸਿੱਖੀ ਦੇ ਬਚਪਨ ਨੂੰ ਪੜ੍ਹਿਆ ਤੇ ਇਹਨੇ ਬਚਪਨ ਦੇ ਅੰਦਰ ਏਡੀ ਦ੍ਰਿੜਤਾ ਭਰਿਆ ਇਤਿਹਾਸ ਸਿਰਜ ਕੇ ਸੰਸਾਰ ਦੀ ਝੋਲੀ ਦੇ ਵਿੱਚ ਪਾ ਦਿੱਤਾ। ਬਈ ਜਿਹਨੂੰ ਤੁਸੀਂ ਕਦੇ ਨਿੱਕੀਆਂ ਜਿੰਦਾਂ ਆਖਦੇ ਹੋ, ਬਈ ਆ ਨਿੱਕੀ ਜੀ ਉਮਰ 6-8 ਸਾਲਾਂ ਦੀ ਉਮਰ, ਇਸ ਉਮਰ ਦੇ ਅੰਦਰ ਕੋਈ ਆਪਣੇ ਜੀਵਨ ਦੇ ਅੰਦਰ ਭਲਾ ਇਤਨੀ ਦ੍ਰਿੜਤਾ ਕਿਵੇਂ ਵਿਖਾ ਸਕਦਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ 2 ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਖਲੋ ਕੇ ਸ਼ਹੀਦ ਹੋ ਕੇ ਉਹ ਅੱਜ ਵੀ ਸੰਸਾਰ ਨੂੰ ਇਹ ਹੋਕਾ ਲਾ ਕੇ ਦੱਸਦੇ ਨੇ, ਭਲਿਆ ਸਾਡੇ ਘਰ ਦੇ ਬਚਪਨ ਨੂੰ ਤੂੰ ਆਮ ਬਚਪਨਾ ਜਾਣ ਕੇ ਸੋਚੇ, ਬਈ ਜੇ ਕਿਤੇ ਇਸ ਘਰ ਦਾ ਬਚਪਨਾ ਮੇਰੇ ਹੱਥ ਵਿੱਚ ਆ ਜੇ, ਮੈਂ ਉਹਨਾਂ ਦੀ ਜ਼ਿੰਦਗੀ ਤੋਂ ਸਿੱਖੀ ਨੂੰ ਤਬਾਹ ਕਰ ਦਿਆਂਗਾ। ਸਾਹਿਬ ਕਹਿੰਦੇ ਇਹ ਨਹੀਂ ਹੋ ਸਕਦਾ। ਇੱਥੋਂ ਦੇ ਬੱਚੇ ਵੀ ਉਹ ਐਸੀ ਤਵਾਰੀਖ ਸਿਰਜ ਕੇ ਜਾਣਗੇ ਨਾ, ਇਸ ਘਰ ਦੇ ਬੱਚਿਆਂ ਨੇ ਐਸੀ ਤਵਾਰੀਖ ਸਿਰਜ ਕੇ ਸੰਸਾਰ ਨੂੰ ਜੀਵਨ ਜਿਉਣ ਦਾ ਢੰਗ ਵਿਖਾ ਦਿੱਤਾ। ਬਈ ਅੱਜ ਸੰਸਾਰ ਭਾਵੇਂ ਕਹਿੰਦਾ ਨਿੱਕੀਆਂ ਜਿੰਦਾਂ, ਪਰ ਉਹਨਾਂ ਦੇ ਕਾਰਨਾਮਿਆਂ ਨੂੰ ਵੱਡਾ ਜਾਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਸਿਜਦਾ ਕਰਦਾ ਹੈ। ਮੈਂ ਆਰੰਭਤਾ ਵਿੱਚ ਹੀ ਬੇਨਤੀ ਕਰਦੇ ਹਾਂ, ਆਪਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਮੈਂ ਉਹਨਾਂ ਦੇ ਜਨਮ ਦੇ ਸੰਬੰਧ ਅੰਦਰ ਔਰ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਨਵਾਂਪਣ ਜੋ ਇਤਿਹਾਸ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ, ਜੋ ਅਜੇ ਤੱਕ ਨਹੀਂ ਪ੍ਰਚਾਰਿਆ ਨਹੀਂ ਵਿਚਾਰਿਆ ਗਿਆ, ਮੈਂ ਉਹੀ ਸਾਂਝਾ ਕਰਨਾ ਹੈ। ਸ਼ਹਾਦਤ ਦਾ ਜ਼ਿਕਰ ਮੈਂ ਤੁਹਾਡੇ ਨਾਲ ਅੱਜ ਨਹੀਂ ਕਰਾਂਗਾ, ਜਦੋਂ ਸ਼ਹੀਦੀ ਮਨਾਵਾਂਗੇ ਉਦੋਂ ਸ਼ਹਾਦਤ ਕਰਾਂਗੇ। ਆਪਾਂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰ ਰਹੇ ਸਾਂ, ਸਤਿਗੁਰੂ ਨੇ ਕਿਰਪਾ ਕੀਤੀ। ਸਾਹਿਬ ਜੀ ਕਹਿੰਦੇ ਜੇ ਸਾਡੇ ਘਰ ਦੇ ਵਿੱਚ ਕੋਈ ਸੱਚ ਦੇ ਨਾਲ ਬਚਪਨ 'ਚ ਆ ਕੇ ਜੁੜ ਜਵੇ, ਉਹ ਬਚਪਨ ਦੇ ਅੰਦਰ ਇੱਕ ਨਵੇਕਲੀ ਤਵਾਰੀਖ ਸਿਰਜ ਕੇ ਚਲਾ ਜਾਂਦਾ ਹੈ। ਤੇ ਜੇ ਕੋਈ ਬਜ਼ੁਰਗੀ ਦੇ ਅੰਦਰ ਇਸ ਘਰ ਦੇ ਵਿੱਚ ਚੱਲ ਕੇ ਆ ਜੇ ਤਾਂ ਚੇਤੇ ਰੱਖਿਓ ਉਹ ਵੀ ਇੱਥੋਂ ਨਿਰਾਸ਼ ਨਹੀਂ ਜਾਂਦਾ। ਸਾਡੇ ਸਾਹਮਣੇ ਇੱਕ ਬੜੀ ਪਿਆਰੀ ਤਸਵੀਰ, ਅੱਜ ਜਿਹੜਾ 60 ਸਾਲਾਂ ਤੋਂ ਉੱਪਰ ਦਾ ਸਮਾਂ ਜੀਵਨ ਦਾ ਗੁਜ਼ਾਰ ਲਵੇ, ਅਸੀਂ ਇਹ ਕਹਿ ਦਿੰਦੇ ਹਾਂ ਬਈ ਹੁਣ ਤੁਸੀਂ ਬਜ਼ੁਰਗ ਹੋ ਚੁੱਕੇ ਹੋ, ਹੁਣ ਤੁਸੀਂ ਆਰਾਮ ਦੇ ਨਾਲ ਬੈਠ ਕੇ ਆਪਣੇ ਜੀਵਨ ਦੇ ਅੰਦਰ ਆਰਾਮ ਨਾਲ ਤੁਸੀਂ ਬੱਚਿਆਂ ਕੋਲ ਬੈਠ ਕੇ ਆਪਣੇ ਜੀਵਨ ਦੇ ਪਲ ਗੁਜ਼ਾਰੋ, ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਪਰ ਚੇਤੇ ਰੱਖਿਓ ਇਸ ਘਰ ਦੇ ਅੰਦਰ 62 ਸਾਲ ਦੀ ਉਮਰ ਦੇ ਅੰਦਰ ਬਜ਼ੁਰਗ ਬਾਬਾ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਬਣਨ ਤੋਂ ਪਹਿਲਾਂ 62 ਸਾਲ ਦੀ ਉਮਰ ਦੇ ਅੰਦਰ ਗੁਰੂ ਚਰਨਾਂ ਵਿੱਚ ਚੱਲ ਕੇ ਆਏ ਤੇ ਆ ਕੇ ਇੱਕ ਬੇਨਤੀ ਕੀਤੀ, ਤਰਲਾ ਲਿਆ, ਸਾਹਿਬ ਜੀ ਬਜ਼ੁਰਗੀ ਬੜੀ ਵਾਰ ਜੀਵਨ ਦੇ ਅੰਦਰ ਹੰਕਾਰ ਪੈਦਾ ਕਰ ਦਿੰਦੀ ਹੈ। ਕਿਉਂ? ਕਿਉਂਕਿ ਜੀਵਨ ਦੇ ਅੰਦਰ ਹੰਢਾਏ ਹੋਏ ਸਮੇਂ ਦਾ, ਉਹਦੇ ਤਜਰਬੇ ਦਾ ਹੰਕਾਰ ਹੁੰਦਾ ਹੈ। ਪਰ ਮਾਲਕ ਮੈਂ ਇੱਥੇ ਹੰਕਾਰ ਧਾਰ ਕੇ ਨਹੀਂ, ਭਾਵੇਂ ਤੇਰੇ ਨਾਲ ਰਿਸ਼ਤਾ ਕੁੜਮਾਚਾਰੀ ਦਾ, ਪਰ ਦਾਤਾ ਜੀ ਅੱਜ ਮੈਂ ਤੇਰੇ ਚਰਨਾਂ ਦੇ ਵਿੱਚ ਹਉ ਨੂੰ ਤਿਆਗ ਕੇ ਨਿਮਾਣਾ ਜਿਹਾ ਹੋ ਕੇ ਤੇਰੇ ਦਰ ਦਾ ਸੇਵਕ ਬਣਨ ਵਾਸਤੇ ਆਇਆ। ਮੈਨੂੰ ਆਪਣੇ ਘਰ ਦਾ ਇਸ ਤਰ੍ਹਾਂ ਦਾ ਸੇਵਕ ਬਣਾ ਲਿਓ। ਹਸਤੀ ਸਿਰਜਿਓ ਅੰਕਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਰ ਲੈ। ਮਾਲਕਾ ਅੱਜ ਮੈਂ ਤੇਰੇ ਦਰ ਦਾ ਉਹ ਸੇਵਕ ਬਣਨ ਵਾਸਤੇ ਆਇਆ ਕਿ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਮੈਂ ਤੇਰੇ ਬਚਨਾਂ ਵਿੱਚੋਂ, ਮੈਂ ਤੇਰੀ ਅੰਮ੍ਰਿਤ ਬਾਣੀ ਵਿੱਚੋਂ ਇਹਨਾਂ ਬਚਨਾਂ ਨੂੰ ਸੁਣਿਆ ਬਈ ਜੇ ਕਿਤੇ ਗੁਰੂ ਦਾ ਮਿਲਾਪ ਜੀਵਨ ਦੇ ਅੰਦਰ ਹਾਸਲ ਹੋ ਜੇ ਤਾਂ ਉਹ ਮੇਰੇ ਵਰਗੇ ਖੰਗਰ ਹੋਏ ਜੀਵਨ ਨੂੰ ਵੀ ਕੰਚਨ ਵਰਗਾ ਬਣਾ ਦਿੰਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਕਹੋ ਨਾਨਕ ਤ੍ਰਿਸ਼ਟਸ ਦੇਹਾ। ਕਿਰਪਾ ਕਰ ਦਾਤਾ, ਮੈਂ ਤੇਰੇ ਚਰਨਾਂ 'ਚ ਆਪਣੀ ਬਜ਼ੁਰਗੀ ਨੂੰ ਲੈ ਹਾਜ਼ਰ ਹੋਏ ਹਾਂ।
ਰਹਿਮਤ ਕਰ, ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਤੇਰੇ ਵਿੱਚ ਅਭੇਦ ਹੋ ਸਕਾਂ। ਮਾਲਕ ਅਜੇ ਤੱਕ ਜ਼ਿੰਦਗੀ ਦਾ ਜਿਤਨਾ ਸਮਾਂ ਗੁਜ਼ਾਰਿਆ ਉਹਦੇ ਵਿੱਚ ਧਰਮ ਦੀ ਦੁਨੀਆ ਵਿੱਚ ਵੀ ਸਫ਼ਰ ਲੰਮਾ ਤੈਅ ਕੀਤਾ ਮਾਲਕ, ਪਰ ਉਹ ਸਮੁੱਚਾ ਸਫ਼ਰ ਤੈਅ ਕੀਤਾ ਹੋਇਆ ਮੈਨੂੰ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਾ ਸਕਿਆ। ਅੱਜ ਮੈਂ ਤੇਰੇ ਦਰ ਤੇ ਚੱਲ ਕੇ ਆਇਆ, ਕਿਰਪਾ ਕਰ ਮੈਨੂੰ ਉਹ ਰਾਹ ਦੀ ਦਾਤ ਬਖਸ਼ ਜਿਸ ਰਾਹ ਤੇ ਤੁਰ ਕੇ ਮਾਲਕਾ ਮੈਂ ਆਪਣੀ ਮੰਜ਼ਿਲ ਤੱਕ ਅੱਪੜ ਸਕਾਂ। ਔਰ ਫਿਰ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ, ਗੁਰੂ ਬਣ ਕੇ 62 ਸਾਲ ਦੀ ਉਮਰ 'ਚ ਚੱਲ ਕੇ ਆਏ। ਗੁਰੂ ਚਰਨਾਂ ਦੇ ਅੰਦਰ 12 ਸਾਲ ਸਤਿਗੁਰੂ ਦੇ ਦਰ ਦੀ ਸੇਵਾ ਕਰਕੇ 74 ਸਾਲ ਦੀ ਉਮਰ ਦੇ ਅੰਦਰ 1552 ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਕੇ 1574 ਤੱਕ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਸਾਹਿਬ ਜੀ ਨੇ ਅਗਵਾਈ ਕੀਤੀ। ਔਰ ਫਿਰ ਬਚਨ ਵੀ ਆਖੇ ਮੇਰੇ ਮਾਲਕ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਈ ਜਿਹੜਾ ਇਹ ਪਰਮਾਰਥ ਦਾ ਮਾਰਗ ਆ ਨਾ, ਚੇਤੇ ਰੱਖਿਓ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਜਿਹੜਾ ਗੁਰੂ ਕਿਰਪਾ ਦੇ ਨਾਲ ਆਪਣੀ ਹਉ ਨੂੰ ਤਿਆਗ ਦਿੰਦਾ, ਸਤਿਗੁਰੂ ਜੀ ਕਹਿੰਦੇ ਉਹ ਇਸ ਮਾਰਗ ਦੇ ਉੱਤੇ ਤੁਰ ਪੈਂਦਾ ਹੈ। ਉਹ ਕਿਹੜਾ ਮਾਰਗ? ਉਹ ਮਾਰਗ ਆ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਜਿਹੜੇ ਲੋਕ ਕਹਿੰਦੇ ਸਨ ਬਈ ਬਜ਼ੁਰਗੀ ਮੰਜੇ ਤੇ ਬੈਠ ਕੇ ਕੇਵਲ ਜੀਵਨ ਦੇ ਅੰਦਰ ਆਰਾਮ ਕਰਨ ਦੀ ਉਮਰ ਹੋਇਆ ਕਰਦੀ ਆ, ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋਹਾਂ ਉਮਰਾਂ ਦੇ ਅੰਦਰ ਬਚਪਨ ਦੇ ਵਿੱਚ ਔਰ ਬਜ਼ੁਰਗੀ ਦੇ ਅੰਦਰ ਇੱਕ ਨਵੇਕਲੀ ਦਾਤ ਮਨੁੱਖਤਾ ਦੀ ਝੋਲੀ ਵਿੱਚ ਪਾ ਦਿੱਤੀ। ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਕਿ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਇਹਦਾ ਅਰਥ ਇਹ ਨਹੀਂ ਬਈ ਉਹਨਾਂ ਦੇ ਜੀਵਨ ਦੇ ਅੰਦਰ, ਮਨੁੱਖੀ ਜੀਵਨ ਦੇ ਵਿੱਚ ਬਜ਼ੁਰਗੀ ਦੀ ਅਵਸਥਾ ਨਹੀਂ ਆਉਂਦੀ। ਬੁੱਢੇ ਦਾ ਮਤਲਬ ਇਹ ਨਹੀਂ, ਬੁੱਢੇ ਦਾ ਮਤਲਬ ਇਹ ਆ ਉਹ ਕਦੇ ਢੈਂਦੀ ਕਲਾ ਵਾਲੇ ਪਾਸੇ ਨੂੰ ਹੋ ਕੇ ਆਪਣਾ ਜੀਵਨ ਨਹੀਂ ਗੁਜ਼ਾਰਦੇ। ਗੁਰਮੁਖ ਬੁੱਢੇ ਕਦੇ ਨਹੀਂ। ਕੌਣ? ਸਾਹਿਬ ਜੀ ਕਹਿੰਦੇ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਸੁਰਤ ਨੇ ਗੁਰੂ ਦੇ ਗਿਆਨ ਨੂੰ ਆਪਣੇ ਵਿੱਚ ਸੰਭਾਲ ਲਿਆ। ਚੇਤੇ ਰੱਖਿਓ ਉਹ ਆਪਣੇ ਜੀਵਨ ਦੇ ਅੰਦਰ ਕਦੇ ਆਤਮਿਕ ਤੌਰ ਤੇ ਢੈਂਦੀ ਕਲਾ ਵਾਲਾ ਜੀਵਨ ਵਿਕਾਰਾਂ ਦੇ ਅਧੀਨ ਹੋ ਕੇ ਬਸਰ ਨਹੀਂ ਕਰਦੇ। ਉਹ ਕਦੇ ਆਪਣੀ ਜ਼ਿੰਦਗੀ ਦੇ ਅੰਦਰ ਅਵੇਸਲੇ ਹੋ ਕੇ ਨਹੀਂ ਤੁਰਦੇ, ਸਗੋਂ ਉਹ ਹਰ ਵਕਤ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਦਿਆਂ ਹੋਇਆਂ, ਗੁਰੂ ਦੀ ਸਿੱਖਿਆ ਨੂੰ ਆਪਣੀ ਮੱਤ ਵਿੱਚ ਧਾਰਨ ਕਰਕੇ ਉਹ ਸਦਾ ਹੀ ਜੀਵਨ ਦੇ ਅੰਦਰ ਬੜਾ ਉੱਚਾ ਤੇ ਸੁੱਚਾ ਜੀਵਨ ਬਸਰ ਕਰਦੇ ਨੇ। ਇਸ ਘਰ ਦੇ ਅੰਦਰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨੇ। ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਰਹਿਣ ਵਾਲਾ ਇੱਕ ਸਾਦਗੀ ਭਰਿਆ ਪਰਿਵਾਰ ਜਿਹਦਾ ਨਾਮ ਭਾਈ ਭਗਤ ਹੈ, ਉਹਦੀ ਘਰਵਾਲੀ ਦਾ ਨਾਮ ਜਿਉਣੀ ਆ। 26 ਜਨਵਰੀ 1682 ਈਸਵੀ ਨੂੰ ਇਹਨਾਂ ਦੇ ਘਰ ਦੇ ਅੰਦਰ ਇੱਕ ਬੱਚੇ ਦਾ ਜਨਮ ਹੋਇਆ ਤੇ ਮਾਪਿਆਂ ਨੇ ਨਾਮ ਦੀਪਾ ਕਰਕੇ ਰੱਖ ਦਿੱਤਾ ਆਪਣੇ ਬੱਚੇ ਦਾ। ਘਰ ਦੇ ਅੰਦਰ ਸਿੱਖੀ ਦਾ ਮਾਹੌਲ ਸੀ। ਹੁਣ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਰਹਿਣ ਵਾਲਾ ਹੋਵੇ, ਜਿਸ ਧਰਤੀ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਜਿਸ ਧਰਤੀ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਸ ਧਰਤੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣੇ ਜੀਵਨ ਦਾ ਬਸਰ ਗੁਜ਼ਾਰ ਕੇ, ਮਨੁੱਖਤਾ ਨੂੰ ਆਪਣੇ ਜੀਵਨ ਦੀਆਂ ਘੜੀਆਂ ਗੁਜ਼ਾਰ ਕੇ
सतगुरु पातशाह ने जिहड़ा उत्थे गुरमत दा प्रचार कीता, ते इह तां सवाल ही नहीं ना पैदा हो सकदा बई उस इलाके दे विच रहण वाला वो गुरु बख्शिश तो सखना होकर अपना जीवन गुजारन वाला होवे। लंबे समय तो यह परिवार भी सिੱਖੀ ਨੂੰ कमाउण वाला सी। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਨੇ, ਤੁਹਾਨੂੰ ਪਤਾ ਹੋਵੇ, 52 ਕਿੱਤਿਆਂ ਦੇ ਲਿਆ ਕੇ ਲੋਕ ਵਸਾਏ ਸਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਹੋਰ ਆਪਣਾ ਯੋਗਦਾਨ ਪਾ ਕੇ ਉੱਥੇ ਹੋਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਘਰ ਨੂੰ ਵੱਡਾ ਕੀਤਾ, ਜਿੱਥੇ ਕੇਵਲ ਸਰੋਵਰ ਦੀ ਗੱਲ ਸੀ, ਉਹਦੇ ਨਾਲ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਰਮੰਦਰ ਸਾਹਿਬ ਦੇ ਨਾਲ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੰਪਾਦਨਾ ਕਰਕੇ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਬਦ ਦੇ ਸੁਨੇਹੇ ਨੂੰ ਸਤਿਗੁਰੂ ਪਾਤਸ਼ਾਹ ਨੇ ਘਰ ਘਰ ਤੱਕ ਪਹੁੰਚਾਉਣ ਦੇ ਲਈ ਆਪਣਾ ਯੋਗਦਾਨ ਪਾਇਆ। ਇਹ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਹੈ। ਪਾਹੋਵਿੰਡ ਨਗਰ ਦਾ ਨਾਮ ਮਾਤਾ ਪਿਤਾ ਨੇ नाम ही केवल मां दा जिउणी नहीं बल्कि उन्हें अपने घर दे विच पैदा होए बच्चे नूं सच्ची मुच्ची जिंदगी जिउण दा ढंग गुरु बचनां राहीं समझा दिता। बचपन दे अंदर साहिब जी दी अमृत बाणी धन गुरु अर्जन साहिब सच्चे पातशाह जी दे अमृत बोलां दे नाल जोड़ के बचपन दे अंदर ही ਇਹ ਅਸੀਸ ਦੀ ਦਾਤ ਆਪਣੇ ਬੱਚੇ ਦੀਪੇ ਨੂੰ ਗੁਰੂ ਕੋਲੋਂ ਦਵਾ ਦਿੱਤੀ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਮਾਂ ਦਾ ਸੁਭਾਅ ਹੈ, ਮਾਂ ਚਾਹੁੰਦੀ ਆ, ਕਿਹੜੇ ਮਾਪੇ ਨੇ ਜਿਹੜੇ ਇਹ ਚਾਹੁੰਦੇ ਹੋਵਣ ਬਈ ਮੈਂ ਚੰਗਾ ਪਹਿਨਾ ਤੇ ਮੇਰੇ ਬੱਚੇ ਮਾੜਾ ਪਹਿਨਣ? ਕੋਈ ਵੀ ਨਹੀਂ। हाँ बंदा ये गल कहता है, मापे कहते ने असी हालातां नाल समझौता कर लांगे कोई गल नहीं, असी माड़ा पहन लांगे कोई गल नहीं, पर असी अपने घर दे विच बच्चे दे लई कुछ माड़ा नहीं लैके आउणा। उहदी चंगी खुराक दा प्रबंध करना, उहदे चंगे पहनण दा प्रबंध करना, और उहदे नाल माँ बाप सदा ही इस गल ते फिक्रमंद हुंदे ने भी किते साडे बच्चे नूं चंगे पुरखों की संगत जी प्राप्त हो जाए। बस आ असीस मां जिउणी ने गुरु शब्द राही अपने बच्चे दीपे नूं दित्ती कि कापड़ पत परमेश्वर राखी भोजन कीर्तन नीत। मेरे बच्चे मैं ये गल चाहुंदी हाँ बई मेरे बच्चे की खुराक है सतगुरु पातशाह, यदी खुराक तेरा कीर्तन बन जे, एदा ध्यान सदा ही तेरे चरणों च जुड़िया रहे। मेरे बच्चे की खुराक तेरी कीर्ति बन जे। मालका यदि पत दा राखा उदों फिर तू होएगा जदों कापड़ पत परमेश्वर राखी भोजन कीर्तन नीत। मैं चाहुंदी हाँ बई तेरी बख्शिश दा कपड़ा मेरे इस बच्चे दीपे नूं जिहड़ा ओह प्राप्त हो जाए, और इहदी संगत बन जाए संत संग तेरी प्रीत। मैं ये चाहती हाँ हे मालिक जी मेरे बच्चे की प्रीत तेरी सत्संगत दे नाल बन जाए, चंगे पुरखों की संगत इनू प्राप्त होवे। हुण ये असीस गुरु शब्द दे राही मां जिउणी ने बचपन दे अंदर अपने पुत्र दीपे नू देनी आरंभ कर दिती। पिता ने भी गुरु की साखियां बाबाणियां कहानियां पुत सुपुत करेन गुरु की साखियां अपने बच्चे दीपे दे कन्ना विच पाउणियां शुरू कर दित्तियां। उम्र कुछ वडेरी होई, पाहोविंड नगर दे विच ही धर्मशाल कायम कीती होई सी।
ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਦਾ ਮਿਲਿਆ ਹੋਇਆ ਨਾਮ ਗੁਰਦੁਆਰਾ ਸਾਹਿਬ ਆ, ਉਸ ਤੋਂ ਪਹਿਲਾ ਨਾਮ ਗੁਰਦੁਆਰੇ ਦਾ ਉਹ ਧਰਮਸ਼ਾਲ ਹੋਇਆ ਕਰਦੀ ਸੀ। ਤੇ ਭਾਈ ਭਗਤਾ ਮਾਂ ਜਿਉਣੀ ਨੇ ਅਜੇ ਉੱਥੇ ਨਾ ਪੋਥੀਆਂ ਦਾ ਪ੍ਰਕਾਸ਼ ਹੁੰਦਾ ਸੀ, ਨਾ ਅਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਕੇਵਲ ਇੱਕ ਧਰਮਸ਼ਾਲ ਕਾਇਮ ਕੀਤੀ ਸੀ, ਜਿਹਦੇ ਅੰਦਰ ਸਤਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਰੱਖਣ ਵਾਲੇ ਗੁਰੂ ਕੇ ਸਿੱਖ ਸੰਗਤਾਂ ਜੁੜ ਕੇ ਨਾਲੇ ਤਾਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਦੀਆਂ ਤੇ ਨਾਲੇ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਨੀ, ਗੁਰੂ ਕੀ ਬਾਣੀ ਦੀ ਕਥਾ ਦੇ ਨਾਲ ਜੁੜਨਾ। ਔਰ ਭਾਈ ਦੀਪਾ ਜੀ ਨੇ ਬਚਪਨ ਦੇ ਅੰਦਰ ਹੀ ਮਾਪਿਆਂ ਦੇ ਨਾਲ ਧਰਮਸ਼ਾਲ ਵਿੱਚ ਜਾਣਾ ਆਰੰਭ ਕਰ ਦਿੱਤਾ, ਜਿਹੜਾ ਅੱਜ ਸਾਡੇ ਜੀਵਨ ਵਿੱਚੋਂ ਇਹ ਗੱਲ ਨਿਕਲਦੀ ਜਾ ਰਹੀ ਹੈ। ਅੱਜ ਅਸੀਂ ਗੁਰਦੁਆਰੇ ਤਾਂ ਆਉਂਦੇ ਆ, ਮੁਬਾਰਕ ਹੋ ਤੁਸੀਂ ਆਪਣੇ ਬੱਚੇ ਲੈ ਕੇ ਆਏ ਹੋ ਗੁਰੂ ਚਰਨਾਂ ਦੇ ਅੰਦਰ, ਪਰ ਬਹੁਤਾਤ ਰੂਪ ਦੇ ਅੰਦਰ ਗੁਰੂ ਚਰਨਾਂ ਦੇ ਅੰਦਰ, ਗੁਰੂ ਘਰਾਂ ਦੇ ਵਿੱਚ ਕੇਵਲ ਬਜ਼ੁਰਗਾਂ ਦੀ ਆਮਦ ਆ। ਨਾ ਅਸੀਂ ਗੁਰੂ ਚਰਨਾਂ ਦੇ ਵਿੱਚ ਬੱਚੇ ਨੂੰ ਲੈ ਕੇ ਆਉਂਦੇ ਆ ਤੇ ਨਾ ਗੁਰੂ ਚਰਨਾਂ 'ਚ ਸਾਡੀ ਅੱਜ ਦੀ ਜਵਾਨੀ ਆ ਕੇ ਬੈਠਣ ਲਈ ਤਿਆਰ ਆ। ਇਹਦੇ ਕਸੂਰਵਾਰ ਵੀ ਕੋਈ ਦੂਜਾ ਨਹੀਂ, ਇਹਦੇ ਕਸੂਰਵਾਰ ਵੀ ਅਸੀਂ ਆਪ ਆ। ਅਸੀਂ ਉਹ ਕੁਝ ਦਿੱਤਾ ਹੀ ਨਹੀਂ, ਅਸੀਂ ਉਹ ਪ੍ਰਬੰਧ ਹੀ ਨਹੀਂ ਕੀਤਾ ਬਈ ਜੋ ਮੈਂ ਬੱਚੇ ਨੂੰ ਗੁਰੂ ਘਰ ਦੇ ਵਿੱਚ ਲਿਆ ਕੇ ਉੱਥੋਂ ਸਿੱਖਿਆ ਦੇ ਸਕਾਂ। ਆਪਣੇ ਜਵਾਨੀ ਨੂੰ ਮੈਂ ਆਪਣੇ ਨੌਜਵਾਨ ਨੂੰ ਸੱਦ ਕੇ ਗੁਰੂ ਚਰਨਾਂ ਦੇ ਵਿੱਚ ਜੋੜ ਕੇ ਉਹਦੀਆਂ ਕੁਝ ਜ਼ਿੰਮੇਵਾਰੀਆਂ ਲਾਵਾਂ, ਨਹੀਂ ਅਸੀਂ ਕਰਨ ਵਾਸਤੇ ਤਿਆਰ ਨਹੀਂ ਇਹ ਗੱਲ। ਪਰ ਭਾਈ ਭਗਤਾ ਜੀ ਨੇ ਆਪਣੇ ਬੱਚੇ ਦੀਪੇ ਨੂੰ ਨਾਲ ਲੈ ਕੇ ਜਾਣਾ। ਉਹਨਾਂ ਨੇ ਉੱਥੇ ਧਰਮਸ਼ਾਲ ਦੇ ਅੰਦਰ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਸਿੱਖਾਂ ਦੀ ਸੰਗਤ ਪ੍ਰਾਪਤ ਕਰਕੇ ਉਹਨਾਂ ਨੇ ਵਿਚਾਰ ਕਰਨੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਦੀ। ਉਹਨਾਂ ਨੇ ਵਿਚਾਰ ਕਰਨੀ ਉੱਥੇ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੀ ਵਿਚਾਰ ਚੱਲਣੀ, ਉੱਥੇ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੀ ਵਿਚਾਰ ਚੱਲਣੀ, ਉੱਥੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ। ਜਦੋਂ ਭਾਈ ਦੀਪਾ ਜੀ ਨੇ ਬਾਣੀ ਦੀ ਵਿਚਾਰ ਨੂੰ, ਗੁਰੂ ਦੀਆਂ ਕਥਾ ਕਹਾਣੀਆਂ ਨੂੰ ਬੜਾ ਧਿਆਨ ਦੇ ਕੇ ਸੁਣਨਾ ਔਰ ਘਰ ਜਾ ਕੇ ਫਿਰ ਆਪਣੇ ਪਿਤਾ ਭਾਈ ਭਗਤਾ ਜੀ ਦੇ ਨਾਲ ਕਈ ਸਵਾਲ ਜਵਾਬ ਵੀ ਕਰਨੇ, ਪੁੱਛਣਾ ਵੀ ਪਿਤਾ ਜੀ ਅੱਜ ਮੈਂ ਸੰਗਤ ਵਿੱਚੋਂ ਆਪਣੇ ਨਗਰ ਵਾਲੀ ਧਰਮਸ਼ਾਲ ਵਿੱਚੋਂ ਆਹ ਕੁਝ ਸਿੱਖ ਕੇ ਆਏ ਹੈ, ਉੱਥੇ ਭਾਈ ਸਾਹਿਬ ਜੀ ਨੇ ਆਹ ਦੱਸਿਆ, ਸਾਨੂੰ ਵਿਚਾਰ ਕਰਦਿਆਂ ਹੋਇਆਂ ਸਾਨੂੰ ਇਵੇਂ ਸਮਝਾਇਆ ਗੁਰੂ ਕੇ ਉਪਦੇਸ਼, ਤੇ ਮੈਨੂੰ ਦੱਸੋ ਵੀ ਇਹ ਗੱਲ ਇਸ ਤਰ੍ਹਾਂ ਹੀ ਆ। ਬੜੀ ਵਾਰ ਗੁਰੂ ਦੀਆਂ ਸਾਖੀਆਂ ਦੇ ਬਾਰੇ ਪੁੱਛਣਾ ਤੇ ਉੱਥੇ ਹੀ ਧਰਮਸ਼ਾਲ ਦੇ ਅੰਦਰ ਗੁਰਮੁਖੀ ਲਿਪੀ ਨੂੰ ਚੰਗੇ ਤਰੀਕੇ ਦੇ ਨਾਲ ਪੜ੍ਹਨ ਦਾ ਤੇ ਲਿਖਣ ਦਾ ਅਭਿਆਸ ਉਹ ਭਾਈ ਦੀਪਾ ਜੀ ਨੇ ਕਰ ਲਿਆ ਹੈ। ਪਿਤਾ ਇਹਨਾਂ ਦੇ ਭਾਈ ਭਗਤਾ ਜੀ ਚੰਗੇ ਘੋੜਸਵਾਰ ਨੇ, ਚੰਗੇ ਉਹਨਾਂ ਦੇ ਕੋਲ ਸ਼ਸਤਰ ਚਲਾਉਣ ਦਾ ਗੁਣ ਹੈ, ਤੇ ਭਾਈ ਭਗਤੇ ਨੇ ਜ਼ਿਮੀਂਦਾਰ ਪਰਿਵਾਰ ਦੇ ਨਾਲ ਇਹ ਸੰਬੰਧ ਰੱਖਣ ਵਾਲਾ ਪਰਿਵਾਰ ਸੀ, ਤੇ ਭਾਈ ਭਗਤਾ ਜੀ ਨੇ ਆਪਣੇ ਪੁੱਤਰ ਨੂੰ ਘੋੜਸਵਾਰੀ ਵੀ ਸਿਖਾਈ, ਉਹਨੂੰ ਸ਼ਸਤਰ ਵਿਦਿਆ ਵੀ ਸਿਖਾਈ। ਉਮਰ ਵੀ ਵੱਡੀ ਹੁੰਦੀ ਚਲੀ ਗਈ। 1682 ਦੇ ਵਿੱਚ ਜਨਮੇ ਭਾਈ ਦੀਪਾ ਜੀ ਅੱਜ ਧਰਮਸ਼ਾਲ ਦੇ ਅੰਦਰ 1699 ਦੀ ਵਿਸਾਖੀ ਦੀ ਗੱਲ ਉੱਥੇ ਚੱਲੀ ਬਈ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੱਜ 1699 ਦੀ ਵਿਸਾਖੀ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਆਨੰਦਪੁਰ ਸਾਹਿਬ ਵਿਖੇ ਆਉਣ ਦੇ ਲਈ ਸੱਦਾ ਪੱਤਰ ਦਿੱਤਾ ਹੈ, ਤੇ ਪਰਿਵਾਰ ਸਮੇਤ ਭਾਈ ਭਗਤਾ ਜੀ, ਮਾਂ ਜਿਉਣੀ, ਉਹਦੀ ਘਰਵਾਲੀ ਭਾਈ ਭਗਤਾ ਜੀ ਦੀ, ਭਾਈ ਦੀਪਾ ਜੀ ਦੀ ਮਾਂ, ਤੇ ਇਹ ਤਿੰਨੋਂ ਜਾਣੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਏ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਦੋਂ ਦੀਦਾਰ ਕੀਤੇ, ਦੀਦਾਰ ਕਰਕੇ ਮਨ ਦੇ ਅੰਦਰ ਐਸਾ ਖੇੜਾ ਬਣਿਆ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ,
हर परम पद लई है। अजे तक तो सानू इहो ही नहीं पता लग सकिया कि गुरु कौन हुंदा है। मैनू क्षमा करिया जी, जे सानू गुरु का पता हुंदा ना असीं किते देहधारी लोकां दे कोल ना जांदे। जे मैनू गुरु का पता होंदा भी गुरु विच की गुण आ ना, तो कदे मैं देहधारी लोकां दे कोल जां दूजे पासे जाके अपने जीवन दे अंदर पूंजी नूं उन्हां दे नाल जोड़ के बर्बाद ना करदा, सगों मैं सच दे नाल अपना जीवन जुड़ के सच दे नाल अपने जीवन की सांझ पा के अपने जीवन नूं सफल करना सी। साहिब जी कहंदे गुरु की परिभाषा है जिस मिलिया मन होए आनंद, जिहदे चरनां विच जुड़ के जीवन दे विच आनंद आ जाए, जीवन च खेड़ा आ जाए। क्योंकि चेते रखियो ये घर ओ आ हरख अनंत सोग नहीं बिया, सो घर गुरु नानक को दिया। इस घर दे निशान भी आनंद ते खेड़े वाले ने। अज तां असीं उन्हां नूं भी गवा लिया ना अपने घर दे विचों। मैनू क्षमा करिया जे अज असी एक विपरवाद की रंगत दे विच इन्ने कू रंगे गए आ। दुश्मन हमेशा इस गल की झात विच सी कदे मेरा दाल लगे, मैं इस घर दे विचों नवेकलियां गल्लां नूं कढ के इहदे विच अपने घर दीयां कुछ विचारां अंकित करके इनू अपने विच समेट लवां। कदे साडे घर दे जिहड़े निशान साहिब दे रंग होया करदे सन, तुसीं किते अकाल तख्त साहिब दी पंथ प्रवाणित मर्यादा नूं पढ़ के वेखो। मैं कौमी पद्धर की गल कर रहा किसी एक जगह की नहीं। जो असी पंथ प्रवाणित रहत मर्यादा नूं पढ़ांगे उहदे अंदर निशान साहिब दे दो रंगां दा जिक्र चलेगा। एक रंग का जिक्र चलेगा बसंती ते दूजे रंग का जिक्र चलेगा सुरमई। बसंती रंग आ बसंत दे विच खिड़न वाली सरों दे फुल्लां वर्गा। क्यों? क्योंकि वह इस गल का प्रगटावा करदा दुनिया के लोगों, जे तुसी अपने जीवन के अंदर दुखों ते झोरियां विच उलझे पए हो तो आ बसंती रंग का झूल का निशान गुरु नानक दे घर दा तुहानूं आवाज़ मार के अपने कोल बुला के सद्दा दिंदा है। जे जीवन चो दुखों ते झोरियां नूं खत्म करना चाहुंदा ना तो फिर गुरु चरनां विच आके जुड़ जी। जो इत्थे आके जुड़ेगा उदों तैनूं ये दात प्राप्त हो जाएगी कि आनंद पिया मेरी माए सतगुरु मैं पाया। क्योंकि इस घर दे अंदर ये दात प्राप्त हुंदी आ कि नानक तिना बसंत है जिन घर वसिया कंत, जिनके कंत दिशापुरी से अहनस फिरे जलंत, जिस मिलिया मन होए आनंद सो सतगुर कही है। ये गुरु की परिभाषा है, गुरु की वडियाई आ। अगली वडियाई गुरु की यह आ कि मन की दुविधा बिन सजाए। मैं पूरे गुरु के चरणों में ईमानदारी नाल जुड़ के बैठा ते मैं अमृतमई बाणी नूं मेरे वर्गियां ते यकीन करके यकीन करना छड्ड के जो आप गुरु गोद विच बैठ के असी रब्बी बाणी का जाप करांगे ना, चेते रखियो उदों जिंदगी की जितनी दुविधा होएगी ना वो सारी का नाश हो जाएगा, सारी दुविधा जीवन चो निकल जाएगी। क्यों? क्योंकि गुरु शब्द ने जो हिरदे दे अंदर जाना ना उन्हें ऐसी हनेरी लिया देनी है कि देखो भाई ज्ञान की आई आंधी सवै उडानी भ्रम की टाटी रहे ना माया बांधी, दो चित्ते की दो थून गरेना, दो चित्ते की आ दुविधा का जितना जीवन च खलारा पिया ना साहब जी कहते वह सारा जीवन चो निकल जाएगा। दो चित्ते की दो थून गरानी मोह बलेंडा टूटा, तिशना शान परी तर उपर दुरमत भांडा फूटा। जीवन चो दुरमत का भांडा गुरु शब्द ने सारा भन के रख देना है। यह गुरु चरणों विचों दात प्राप्त होंदी है कि मन की दुविधा, जिहड़ा मन डावाडोल हो रहा ना दुचित्तेपन दे विच जिहड़ी अजे तक मैनू गुरु शब्द की वडियाई का नहीं पता लग्या, मैनू क्षमा करिया जी। अज सारी गल तुहाडे नाल गुरु शब्द की चलनी आ। क्यों? क्योंकि जिस महापुरख का आपां जन्म दिहाड़ा मना रहे हैं ना, जिहड़ी उहदे कोल ताकत सी ना जीवन के अंदर, उस शब्द विचों मिली कोई ताकत सी।
ਕਿਸੇ ਬਾਹਰੀ ਦੇਹਧਾਰੀ ਕੋਲੋਂ ਮਿਲੀ ਹੋਈ ਤਾਕਤ ਨਹੀਂ ਸੀ। ਅੱਜ ਤਾਂ ਅਸੀਂ ਗੁਰੂ ਸ਼ਬਦ ਦੀ ਤਾਕਤ ਨੂੰ ਭੁਲਾ ਕੇ, ਮੈਨੂੰ ਖਿਮਾ ਕਰਿਆ ਜੇ, ਅਸੀਂ ਥਾਵਾਂ ਦੀਆਂ ਤਾਕਤਾਂ ਵਿੱਚ ਉਲਝ ਗਏ ਹਾਂ ਕਿ ਫਲਾਣੀ ਥਾਂ ਦੇ ਉੱਤੇ ਬੜਾ ਕੁਝ ਮਿਲਦਾ ਜੀ, ਫਲਾਣੀ ਥਾਂ ਵਿੱਚ ਬੜੀ ਸ਼ਕਤੀ ਆ, ਪਰ ਕਿਤੇ ਗੁਰੂ ਨੂੰ ਪੁੱਛ ਕੇ ਵੇਖੀਏ ਤੇ ਸਤਿਗੁਰੂ ਤਾਂ ਇੱਕੋ ਹੀ ਗੱਲ ਕਹਿਣਗੇ, ਭਲਿਆ ਇਹ ਤੇਰੇ ਮਨ ਦਾ ਭੁਲੇਖਾ ਹੈ। ਜੈ ਵਿਸਾਲੇ ਤਾਂ ਬੈਸਾ ਸੁਆਮੀ, ਜਹ ਭੇਜੇ ਤਹ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਸਾਨੂੰ ਗੁਰੂ ਸ਼ਬਦ ਦੀ ਤਾਕਤ ਦਾ ਨਹੀਂ ਸਮਝ ਲੱਗਦੀ। ਜਿਹੜੀ ਤਾਕਤ ਵਰਤਣੀ ਹੈ ਨਾ, ਚੇਤੇ ਰੱਖਿਓ, ਉਹ ਥਾਂ ਦੀ ਨਹੀਂ ਵਰਤਣੀ, ਤਾਕਤ ਵਰਤਣੀ ਹੈ ਇੱਥੇ ਸ਼ਬਦ ਦੀ, ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਭਇਓ, ਨਾਮ ਸਤਿਗੁਰ ਮੁਖ ਪਣਿਓ। ਇੱਥੇ ਥਾਂ ਨਹੀਂ ਕਰਾਮਾਤ ਨਹੀਂ ਵਰਤਣੀ, ਇੱਥੇ ਸ਼ਬਦ ਹੀ ਕਰਾਮਾਤ ਵਰਤਣੀ ਆ ਕਿ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੀਵਨ ਦੇ ਅੰਦਰ ਰਾਖਸ਼ ਬਿਰਤੀ ਤੋਂ ਦੇਵ ਬਿਰਤੀ ਕਿਸੇ ਥਾਂ ਨੇ ਨਹੀਂ ਬਣਾਉਣੀ, ਉਹ ਗੁਰੂ ਸ਼ਬਦ ਨੇ ਬਣਾਉਣੀ ਆ। ਇਹ ਸ਼ਬਦ ਦੀ ਕਰਾਮਾਤ ਆ, ਜਿਹਨੂੰ ਭਾਈ ਗੁਰਦਾਸ ਜੀ ਕਹਿ ਰਹੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਜਦੋਂ ਭਾਈ ਦੀਪੇ ਨੇ ਗੁਰੂ ਚਰਨਾਂ ਵਿੱਚ ਜੁੜ ਕੇ ਨਮਸਕਾਰ ਕੀਤੀ, ਹਿਰਦਾ ਜਿਹੜਾ ਉਹ ਦਗ ਦਗ ਭਰ ਗਿਆ, ਹਿਰਦਾ ਜਿਹੜਾ ਗੁਰੂ ਪਿਆਰ ਦੇ ਨਾਲ ਭਰ ਗਿਆ, ਹਿਰਦੇ ਦੇ ਅੰਦਰ ਇਤਨਾ ਖੇੜਾ ਤੇ ਵਿਗਾਸ ਆਇਆ। ਦਾਤਾ ਜੀ ਜਿਹੜੇ ਗੁਰੂ ਦੀਆਂ ਕੰਨਾਂ ਨਾਲ ਵਡਿਆਈਆਂ ਸੁਣਦਾ ਸਨ, ਅੱਜ ਉਹ ਗੁਰੂ ਦੇ ਦੀਦਾਰ ਕਰਕੇ ਸੱਚ ਆ ਕਿ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਆ ਜੀਵਨ ਦੇ ਅੰਦਰ ਸਤਿਗੁਰੂ ਤੇਰੇ ਦਰਸ਼ਨ ਕਰਕੇ ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖਨੇ ਹਾਲੀ। ਸਾਹਿਬ ਜਿਸ ਮਾਲਕ ਦੀਆਂ ਸੋਵਾਂ, ਜਿਸ ਮਾਲਕ ਦੇ ਘਰ ਦੀਆਂ ਵਡਿਆਈਆਂ ਸੁਣਦਾ ਸਨ, ਅੱਜ ਉਹ ਗੁਰੂ ਦੇ ਦੀਦਾਰ ਕਰਕੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਅੱਜ ਦਰਸ਼ਨ ਕਰਕੇ ਗੁਰੂ ਚਰਨਾਂ ਦੇ ਉੱਤੇ ਢਹਿ ਕੇ ਹਿਰਦਾ ਜਿਹੜਾ ਉਹ ਗੁਰੂ ਬਖਸ਼ਿਸ਼ ਦੇ ਨਾਲ ਭਰ ਗਿਆ ਹੈ। ਕਈ ਮਹੀਨੇ ਫਿਰ ਇੱਥੇ ਹੀ ਪਰਿਵਾਰ ਵੀ, ਭਾਈ ਭਗਤਾ ਵੀ, ਮਾਂ ਜਿਉਣੀ ਵੀ ਔਰ ਭਾਈ ਦੀਪਾ ਵੀ ਰਹਿਣ ਲੱਗੇ, ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਸਮੁੱਚੇ ਪਰਿਵਾਰ ਨੇ ਖੰਡੇ ਕੀ ਪਹੁਲ ਦੀ ਦਾਤ ਨੂੰ ਲੈ ਕੇ ਅੱਜ ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਅੰਮ੍ਰਿਤ ਛਕ ਕੇ ਅੱਜ ਭਾਈ ਭਗਤਾ ਉਹ ਭਗਤ ਸਿੰਘ ਬਣ ਗਿਆ, ਅੱਜ ਮਾਂ ਜਿਉਣੀ ਉਹ ਜੀਵਨ ਕੌਰ ਬਣ ਗਈ, ਤੇ ਦੂਜੇ ਪਾਸੇ ਜਿਹੜਾ ਦੀਪਾ ਸੀ ਨਾ, ਉਹ ਅੱਜ ਭਾਈ ਦੀਪ ਸਿੰਘ ਬਣ ਗਿਆ ਹੈ। ਆਪਾਂ ਮਨਾ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਰਹੇ ਹਾਂ, ਕਈ ਪ੍ਰਕਾਰ ਦੇ ਨਾਲ ਆਪਾਂ ਖੁਸ਼ੀ ਲੈਣ ਵਾਸਤੇ ਗੁਰੂ ਚਰਨਾਂ 'ਚ ਆਏ ਹਾਂ। ਕੋਈ ਸੰਗਤਾਂ ਦੀ ਸੇਵਾ ਕਰਨ ਵਾਸਤੇ ਜੀਵਨ ਦੇ ਅੰਦਰ ਲੰਗਰਾਂ ਦੀ ਸੇਵਾ ਕਰ ਰਿਹਾ ਹੈ, ਕੋਈ ਦੁੱਧ ਲੈ ਕੇ ਆ ਰਿਹਾ ਹੈ, ਕੋਈ ਗੁਰੂ ਚਰਨਾਂ ਵਿੱਚ ਲਿਆ ਕੇ ਆਪਣੇ ਵੱਲੋਂ ਯਥਾ ਸ਼ਕਤ ਭੇਟਾ ਅਰਪਣ ਕਰਦਾ ਹੈ। ਤੁਸੀਂ ਸਾਰਾ ਪ੍ਰਬੰਧ ਕੀਤਾ, ਬੜੇ ਪਿਆਰ ਨਾਲ ਜੁੜੇ ਹੋ, ਰੱਬੀ ਬਾਣੀ ਦਾ ਸ੍ਰੀ ਸਹਿਜ ਪਾਠ ਸਾਹਿਬ ਕੀਤਾ, ਪਰ ਮੈਂ ਦੋਏ ਹੱਥ ਜੋੜ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਾਂ, ਉਦੋਂ ਸਾਡਾ ਮਨਾਇਆ ਹੋਇਆ ਜਨਮ ਦਿਹਾੜਾ ਸਫਲ ਹੋ ਜਾਏਗਾ ਜਦੋਂ ਅਸੀਂ ਅੱਜ ਗੁਰੂ ਚਰਨਾਂ ਵਿੱਚ ਜੁੜ ਕੇ ਇਹ ਅਰਦਾਸ ਕਰਕੇ ਜਾਈਏ, ਮਾਲਕ ਜੀ ਅੱਜ ਬਾਬਾ ਦੀਪ ਸਿੰਘ ਦਾ ਅਸੀਂ ਜਨਮ ਦਿਹਾੜਾ ਮਨਾਇਆ, ਉਹਨਾਂ ਦੇ ਜੀਵਨ ਵਿੱਚੋਂ ਅੱਜ ਤੇਰੀ ਇੱਕ ਸਿੱਖਿਆ ਨੂੰ ਪੱਲੇ ਬੰਨ੍ਹ ਲਿਆ ਕਿ ਮਾਲਕਾ ਮੈਂ ਵੀ ਹੁਣ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇਰੇ ਚਰਨਾਂ ਵਿੱਚ ਜਿੱਥੋਂ ਗੁਰੂ ਮਿਲਦਾ ਹੈ, ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਮੈਂ ਉਹ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਮਾਲਕ ਮੈਂ ਵੀ ਤੇਰੇ ਚਰਨਾਂ ਵਿੱਚ ਜੁੜ ਕੇ ਖੰਡੇ ਕੀ ਪਹੁਲ ਲੈ ਕੇ ਅੰਮ੍ਰਿਤ ਦੀ ਦਾਤ ਨੂੰ ਧਾਰਨ ਕਰਕੇ ਸਤਿਗੁਰੂ ਤੇਰੀ ਸਿੱਖਿਆ ਨੂੰ ਕਮਾ ਕੇ ਸੱਚ ਦੇ ਰਾਹ ਦਾ ਪਾਂਧੀ ਬਣ ਕੇ ਆਪਣੇ ਜੀਵਨ ਨੂੰ ਬਸਰ ਕਰਨਾ ਆਰੰਭ ਕਰਾਂਗਾ। ਜਦੋਂ ਗੁਰੂ ਚਰਨਾਂ ਵਿੱਚ ਜੁੜ ਕੇ ਆਪਾਂ ਅੰਮ੍ਰਿਤ ਦੀ ਦਾਤ ਦੇ ਪਾਤਰ ਬਣ ਕੇ ਗੁਰਮੁਖੋ ਉਦੋਂ ਸਾਡੇ ਸਾਰੇ ਕੀਤੇ ਹੋਏ ਸਮਾਗਮ ਜਿਹੜੇ ਨੇ ਨਾ ਉਹ ਸਫਲ ਹੋ ਜਾਣੇ ਨੇ।
कई बार मन च विचार पैदा हो जाती है भी देखो ना साडे घर च नशा, ना साडे घर च कोई होर माड़ी अलामत, केस आपा रखे आ, दस्तार आपा सजाउने आ, मूँह ते दाड़ा अपने आ, केस आपा कोई कतल नहीं करवाते। पर चेते रखियो मेरे गुरु का हुक्म है, साहब ने रहतनामियां दे विच ये बचन आखे सन सतगुरु ने कि धरे केस पहुल बिना भेखी मूड़ा सिख। ਜਿਹੜਾ ਕਹਿੰਦਾ मैं खंडे की पहुल का धारनी ना बनना, साहब जी कहते वह सिख होने का पखंड करता है। पखंडी ना बनीए, क्योंकि जे पखंडी बन गए कि जिन मन होर मुख होर से कांडे कच्चिया, ओदी बख्शिश लैनी आ आपां। ओदी बख्शिश लैन वास्ते सतगुर आगे सीस भेट दिओ अर्पण करना पेगा। ओदी बख्शिश का पात्र बनने वास्ते जो तो प्रेम खेलन का चाओ, सिर तर तली गली मेरी आओ, इत मार्ग पैर धरी जै सिर दीजै का ना कीजै। वो बख्शिश का सानू पात्र बनना पेगा। क्यों? क्योंकि गुरु ने होका लाया सी रहत प्यारी मुझको सिख प्यारा नहीं। और एक तो पहला कीते हुए बचन ने कि रहनी रहे सोई सिख मेरा है ही वो सिखा जेड़ा रहत दे विच पक्का होएगा, जेड़ा गुरु की रहत नूं अपने जीवन धारण करेगा। अज इस परिवार ने खंडे की पहल नूं धारण किया, गुरु चरनां दे विच सेवा करनी आरंभ कर दी। कुछ सेवा करन तो मगरों भाई भगत सिंह जी एक गल कहते भी सतगुरु गुरु तेग गुरु कलगीधर पातशाह रहमत करो, वापस असी अपने घर जाना चाहुंदे हां। आए तो असी भगता बन के आई तो सी मैं मालका तेरे घर दे विच जिउणी बन के, पर अज तेरी रहमत नूं लै चले आ। अज मालका भगते तो भगत सिंह बन के चले आ। अज घर वाली जिउणी तो बीबी जीवन कौर बन चली आ। अज मेरा पुत भी दीपे तो भाई दीप सिंह बन गया है। सतगुरु गुरु कलगीधर पातशाह जी ने रहमत भरी नज़र दे नाल समुचे परिवार वाल तकिया। जदों भाई दीप सिंह वाल तकिया, एक गल आखी, कहन लगे मैनू इउं लगदा बई जेड़ा नाम ही दीप सिंह नहीं बल्कि सचमुच तू गुरु नानक दे घर दा दीप बन के संसार दे अंदर दुनिया दे अंदर जगमग होएगा। ते सतगुर शब्द उजारो दीपा बिनस्यो अंधकार ते मंदिर रतन कोटड़ी खुली अनूपा। जिथे गुरु शब्द जगदा होया दीवा जेड़ा गुरु शब्द विच समा जांदा है, चेते रखियो ओदा जीवन भी शब्द वांग संसार दे विच चानण मुनारा हो जाता है। ते नाल एक बेनती की सच्चे पातशाह गुरु कलगीधर, मैं तेरे चरनां विच कुछ समा होर रहना चाहुंदा है। ते गुरु कलगीधर ने कृपा की, कहन लगे दीप सिंह जी तुहानूं रहण दी पूरी आग्या गुरु चरनां विच। ते भाई भगत सिंह माँ जीवन कौर बड़ी प्रसन्न आ बई अज सतगुरु ने कृपा की अपने चरनां दे विच रहण दे लई साडे पुत्तर नूं थां दे दित्ती। हुण लगातार 4 साल दे करीब आनंदपुर साहिब की धरती दे उत्ते भाई दीप सिंह रह रहे ने। 1682 दे विच जन्म होया ते 1699 का अज समा चलदा है। पर जवानी की दहलीज के उत्ते पैर रखा भाई दीप सिंह जी ने। और गुरु कलगीधर पातशाह के चरनां विच रह के हुण शास्त्र विद्या दे विच होर निपुणता नूं हासिल कर लिया। भावें सिक्ख्या पिता कोलों प्राप्त की, पर उहदे विच अपने आप नूं होर तराश लिया। घोड़सवारी जाणदे सन, हुण होर तराश लिया अपने आप नूं घोड़सवारी दे अंदर। अज आनंदपुर साहिब की धरती के उत्ते रह के अनेकों तरह दीयां सेवावां निभाउणियां आरंभ कर दित्तियां। संगत प्राप्त हुई भाई मनी सिंह जी दी, जेड़े गुरु हरराय साहिब महाराज के वेले तो
ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਸਨ। ਭਾਈ ਮਨੀ ਸਿੰਘ ਦੀ ਸੰਗਤ ਪ੍ਰਾਪਤ ਹੋਈ, ਉਹਨਾਂ ਦੇ ਕੋਲੋਂ ਗੁਰਮਤਿ ਦੀ ਹੋਰ ਸੋਝੀ ਨੂੰ ਪ੍ਰਾਪਤ ਕਰ ਲਿਆ। ਭਾਈ ਨੰਦ ਲਾਲ ਸਿੰਘ ਦੀ ਸੰਗਤ ਪ੍ਰਾਪਤ ਹੋ ਗਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਜਿਹੜੇ ਆਲਮ ਫਾਜ਼ਲ ਪੁਰਖ ਨੇ, ਵਿਦਵਾਨ ਪੁਰਖ ਨੇ, ਉਹਨਾਂ ਦੀ ਸੰਗਤ ਪ੍ਰਾਪਤ ਹੋਈ। ਹੁਣ ਭਾਈ ਨੰਦ ਲਾਲ ਜੀ ਕਿੱਡੇ ਸਾਹਿਤਕਾਰ ਨੇ, ਕਿੱਡਾ ਸਾਹਿਤ ਉਹਨਾਂ ਨੇ ਲਿਖਿਆ। ਤੇ ਗੁਰੂ ਕਲਗੀਧਰ ਪਾਤਸ਼ਾਹ ਜਿਹੜਾ ਉਹਨਾਂ ਦਾ ਜੀਵਨ ਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਤ ਨੂੰ ਬਹੁਤ ਪਿਆਰ ਕਰਨ ਵਾਲੇ ਨੇ। ਸਤਿਗੁਰੂ ਦੇ ਘਰ ਦੇ ਵਿੱਚ ਚੰਗੇ ਕਵੀ ਨੇ, ਚੰਗੇ ਸਾਹਿਤਕਾਰ ਨੇ, ਜਿਹੜੇ ਸਾਹਿਤ ਨੂੰ ਲਿਖ ਰਹੇ ਨੇ। ਭਾਈ ਨੰਦ ਲਾਲ ਸਿੰਘ ਦੀ ਸੰਗਤ ਪ੍ਰਾਪਤ ਹੋਈ। ਇੱਕ ਦਿਨ ਭਾਈ ਨੰਦ ਲਾਲ ਸਿੰਘ ਜੀ ਨੇ ਵੇਖਿਆ, ਦੀਪ ਸਿੰਘ ਜੀ ਤੁਹਾਡੀ ਤਾਂ ਗੁਰਮੁਖੀ ਦੇ ਅੱਖਰ ਹੀ ਬੜੇ ਬਾ ਕਮਾਲ ਦੇ ਨੇ, ਤੁਹਾਡੀ ਤਾਂ ਲਿਖਾਈ ਬੜੀ ਸਾਫ਼ ਆ। ਕਿਉਂਕਿ ਅੱਜ ਵਰਗਾ ਪ੍ਰਬੰਧ ਨਹੀਂ ਸੀ, ਕੋਈ ਕਾਪੀਆਂ ਦੇ ਉੱਤੇ ਪੈਨਾਂ ਨਾਲ ਨਹੀਂ ਸੀ ਲਿਖਿਆ ਜਾਂਦਾ, ਸਗੋਂ ਕਲਮਾਂ ਘੜ ਕੇ ਕਾਗਜ਼ ਦੇ ਉੱਤੇ ਲਿਖਿਆ ਜਾਂਦਾ ਸੀ, ਕਲਮ ਦੇ ਨਾਲ। ਤੇ ਜਦੋਂ ਭਾਈ ਨੰਦ ਲਾਲ ਸਿੰਘ ਨੇ ਵੇਖੀ ਗੱਲ, ਬਈ ਦੀਪ ਸਿੰਘ ਤੁਹਾਡੀ ਤਾਂ ਲਿਖਾਈ ਬੜੀ ਸਾਫ਼ ਆ, ਤੇ ਸੇਵਾ ਲਾ ਦਿੱਤੀ ਬਈ ਆ ਤੁਸੀਂ ਕੁਝ ਸਾਹਿਤ ਦੇ ਉਤਾਰੇ ਕਰੋਗੇ। ਕਿਉਂਕਿ ਉਤਾਰੇ ਕਰਨ ਦਾ ਕੰਮ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਆਰੰਭ ਹੋ ਚੁੱਕਿਆ ਸੀ, ਅੰਮ੍ਰਿਤਮਈ ਬਾਣੀ ਦਾ ਵੀ ਤੇ ਗੁਰ ਇਤਿਹਾਸ ਦਾ ਵੀ। ਤੇ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਸਾਹਿਤ ਦਾ ਉਤਾਰਾ ਕੀਤਾ। ਜਦੋਂ ਉਹਨੂੰ ਦਿਖਾਉਣ ਵਾਸਤੇ ਬਈ ਇਹ ਤੇ ਮੋਹਰ ਲਾਈ ਜਾਏ ਕਿ ਇਹ ਸਹੀ ਵਿਚਾਰ ਹੈ, ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਜਾਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਵੇਖਦੇ ਨੇ ਜਿਹੜਾ ਆਹ ਸਾਹਿਤ ਦਾ ਉਤਾਰਾ ਕੀਤਾ ਹੋਇਆ ਆਇਆ ਨਾ, ਇਹਦੀ ਲਿਖਾਈ ਮੋਤੀਆਂ ਵਰਗੀ ਬਾ ਕਮਾਲ, ਇਹ ਕਿਹਨੇ ਲਿਖਿਆ, ਇਹ ਸੇਵਾ ਕਿਹਨੇ ਕੀਤੀ? ਤਾਂ ਉੱਤਰ ਮਿਲਦਾ ਹੈ ਸਤਿਗੁਰੂ ਜਿਹੜੇ ਤੁਹਾਡੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਭਾਈ ਦੀਪ ਸਿੰਘ ਬਣੇ ਨੇ, ਇਹ ਉਹਨਾਂ ਦੀ ਲਿਖਾਈ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹੋਰ ਨੇੜਤਾ ਪ੍ਰਾਪਤ ਹੋ ਗਈ ਅਨੰਦਪੁਰ ਸਾਹਿਬ ਦੀ ਧਰਤੀ ਤੇ। 4 ਕੁ ਸਾਲਾਂ ਮਗਰੋਂ ਪਰਿਵਾਰ ਫਿਰ ਚੱਲ ਆਇਆ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਆ ਕੇ ਜੋੜੜੀ ਕੀਤੀ, ਸੱਚੇ ਪਾਤਸ਼ਾਹ ਜੀ ਅਸੀਂ ਆਪਣੇ ਪੁੱਤਰ ਨੂੰ ਵਾਪਸ ਲੈ ਕੇ ਜਾਣਾ ਚਾਹੁੰਦੇ ਹਾਂ ਆਪਣੇ ਘਰ। ਤੇ ਸਤਿਗੁਰੂ ਪਾਤਸ਼ਾਹ ਨੇ ਆਗਿਆ ਦਿੱਤੀ। ਪਰਿਵਾਰ ਵੀ ਬੜਾ ਪ੍ਰਸੰਨ ਕਿ ਅੱਜ ਸਾਡਾ ਪੁੱਤ ਪੂਰਨ ਰੂਪ 'ਚ ਸ਼ਸਤਰਧਾਰੀ, ਚੰਗਾ ਘੋੜ ਸਵਾਰ, ਚੰਗਾ ਸ਼ਸਤਰ ਵਿਦਿਆ ਚਲਾਉਣ ਦੇ ਵਿੱਚ ਨਿਪੁੰਨ, ਔਰ ਗੁਰਮਤਿ ਦੀ ਸੋਝੀ ਨੂੰ ਇਹਦੇ ਗੁਰੂ ਚਰਨਾਂ ਵਿੱਚ ਰਹਿ ਕੇ ਬੜੀ ਬਾ ਕਮਾਲ ਤਰੀਕੇ ਦੇ ਨਾਲ ਜਿਹੜਾ ਉਹ ਹਾਸਲ ਕਰ ਰਿਹਾ। ਕਿਉਂਕਿ ਗੁਰੂ ਦਰਬਾਰ 'ਚ ਭਾਈ ਮਨੀ ਸਿੰਘ ਜੀ ਕਥਾ ਕਰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਦਰਬਾਰ ਵਿੱਚ, ਤੇ ਉਹਨਾਂ ਦੀ ਸੰਗਤ ਭਾਈ ਦੀਪ ਸਿੰਘ ਜੀ ਨੂੰ ਪ੍ਰਾਪਤ ਹੋਈ। ਅਜੇ ਨਾਮ ਭਾਈ ਦੀਪ ਸਿੰਘ ਜੀ ਹੈ ਕੇਵਲ। ਤੇ ਸਤਿਗੁਰੂ ਨੇ ਆਗਿਆ ਦਿੱਤੀ, ਥਾਪੜਾ ਦੇ ਕੇ ਜਦੋਂ ਤੋਰਨ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਦੀਪ ਸਿੰਘ ਆਪਣੇ ਪਿੰਡ ਜਾ ਕੇ 2 ਕੰਮ ਕਰਨੇ ਨੇ ਤੁਸੀਂ। ਨੰਬਰ 1, ਇਲਾਕੇ ਦੇ ਵਿੱਚ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਕਾਰਜ ਕਰਨਾ ਹੈ। ਗੁਰਮਤਿ ਦਾ ਪ੍ਰਚਾਰ ਉਹਨੂੰ ਕਾਇਮ ਰੱਖਣਾ, ਗੁਰੂ ਕੀ ਬਾਣੀ ਦੇ ਪ੍ਰਚਾਰ ਨੂੰ। ਦੂਜੀ ਗੱਲ, ਆਪਣੀ ਕੌਮ ਦੀ ਪੀੜ੍ਹੀ ਨੂੰ ਇਹਦੇ ਭਵਿੱਖ ਨੂੰ ਸ਼ਿੰਗਾਰਨ ਵਾਸਤੇ ਜਿੱਥੇ ਉਹਨਾਂ ਨੂੰ ਗੁਰਮਤਿ ਨਾਲ ਜੋੜਨਾ ਹੈ, ਗੁਰਮਤਿ ਦੇ ਨਾਲ ਜੋੜਨ ਦੇ ਨਾਲ ਨਾਲ ਉਹਨਾਂ ਨੂੰ ਸ਼ਸਤਰ ਵਿਦਿਆ ਦੀ ਸਿੱਖਿਆ ਵੀ ਤੁਸੀਂ ਦੇਣੀ ਆ। ਜਦੋਂ ਲੋੜ ਪਈ ਅਸੀਂ ਤੁਹਾਨੂੰ ਸੱਦਾ ਭੇਜ ਕੇ ਆਪਣੇ ਕੋਲ ਬੁਲਾ ਲਾਂਗੇ। ਹੁਣ ਭਾਈ ਦੀਪ ਸਿੰਘ ਆਨੰਦਪੁਰ ਸਾਹਿਬ ਤੋਂ ਪਰਿਵਾਰ ਦੇ ਨਾਲ ਪਹੋਵਿੰਡ ਨਗਰ ਦੇ ਵਿੱਚ ਆ ਗਏ। ਤੇ ਇਧਰੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਕਿਉਂਕਿ ਚੇਤੇ ਰੱਖਿਓ ਭਾਈ ਦੀਪ ਸਿੰਘ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ 1699 ਤੋਂ ਮਗਰੋਂ 1699 ਤੋਂ ਲੈ ਕੇ 1603 ਈਸਵੀ ਤੱਕ ਦੀਆਂ ਜੰਗਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ। ਅਸੀਂ ਕੇਵਲ ਅਖੀਰਲੇ ਇਤਿਹਾਸ ਨੂੰ ਤਾਂ ਬੜੀ ਵਾਰ ਵਿਚਾਰ ਲੈਂਦੇ ਆ, ਪਰ ਅਸੀਂ ਕਦੇ ਆਰੰਭਕ ਇਤਿਹਾਸ ਦੀ ਗਾਥਾ ਨੂੰ ਨਹੀਂ ਵਿਚਾਰਦੇ। ਗੁਰੂ ਗੋਬਿੰਦ ਸਿੰਘ ਦੀਆਂ ਲੜੀਆਂ ਜਾਣ ਵਾਲੀਆਂ 1699 ਤੋਂ ਮਗਰੋਂ 1699 ਤੋਂ ਲੈ ਕੇ 1703 ਤੱਕ ਦੀਆਂ ਜੰਗਾਂ ਦੇ ਵਿੱਚ ਭਾਈ ਦੀਪ ਸਿੰਘ ਜੀ ਆਪਣਾ ਯੋਗਦਾਨ ਪਾਉਂਦੇ ਨੇ। ਤੇ ਇੱਥੇ ਆ ਕੇ ਪੌਵਨ ਨਗਰ ਦੇ ਅੰਦਰ ਆਪਣੇ ਕਾਰਜ ਨੂੰ ਉਹਨਾਂ ਨੇ ਉਵੇਂ ਹੀ ਚੱਲਦਾ ਰੱਖਿਆ।
ਤੇ ਇਧਰੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ 1704 ਈਸਵੀ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਨੇ ਛੱਡਿਆ। ਸਰਬੰਸ ਕੁਰਬਾਨ ਹੋ ਗਿਆ। ਮੁੜ ਸਤਿਗੁਰੂ ਪਾਤਸ਼ਾਹ ਜੀ ਮੁਕਤਸਰ ਸਾਹਿਬ ਦੀ ਜੰਗ ਲੜ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਾਲਵੇ ਦੇ ਵਿੱਚ ਅੱਜ ਸਤਿਗੁਰੂ ਦਮਦਮਾ ਸਾਹਿਬ ਵਿਖੇ ਪਹੁੰਚ ਗਏ ਨੇ। ਦਮਦਮਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਹੁਣ ਉੱਥੇ ਭਾਈ ਮਨੀ ਸਿੰਘ ਜੀ ਵੀ ਆ ਗਏ ਨੇ। ਭਾਈ ਮਨੀ ਸਿੰਘ ਆਏ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜਿਹਦੇ ਉਤਾਰੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਹੁੰਦੇ ਰਹੇ। ਤੇ ਅੱਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅੰਦਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਬਚਨ 57 ਸ਼ਲੋਕ ਤੇ 59 ਸ਼ਬਦ ਉਹਨਾਂ ਨੂੰ ਦਰਜ ਕਰਕੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਖਜ਼ਾਨੇ ਨੂੰ ਸੰਪੂਰਨ ਕਰਨਾ ਚਾਹੁੰਦੇ ਨੇ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਦੇ ਨਾਲ ਵਿਚਾਰ ਕੀਤੀ। ਵਿਚਾਰ ਕਰਕੇ ਵੀ ਕਾਰਜ ਬੜਾ ਲੰਮਾ ਹੈ। ਸੁਨੇਹਾ ਦੇਣ ਦੇ ਲਈ ਇੱਕ ਸਿੱਖ ਭੇਜਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿ ਇੱਥੋਂ ਤੁਸੀਂ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਰਹੇ ਪੌਵਿੰਡ ਇਲਾਕੇ ਦੇ ਵਿੱਚ ਭਾਈ ਦੀਪ ਸਿੰਘ ਆ, ਤੁਸੀਂ ਉਹਨੂੰ ਸੱਦਾ ਦੇਣਾ ਬਈ ਤੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਯਾਦ ਕੀਤਾ ਹੈ। ਸਿੱਖ ਚੱਲ ਕੇ ਪੌਵਿੰਡ ਨਗਰ ਦੇ ਵਿੱਚ ਪਹੁੰਚਦਾ ਹੈ ਤੇ ਗੁਰੂ ਕੇ ਸਿੱਖ ਨੂੰ ਵੇਖ ਕੇ ਭਾਈ ਦੀਪ ਸਿੰਘ ਜੀ ਤੇ ਉਹਨਾਂ ਨੇ ਬੜਾ ਸਤਿਕਾਰ ਕੀਤਾ, ਬਣਦਾ ਸਨਮਾਨ ਦਿੱਤਾ ਤੇ ਪੁੱਛਿਆ ਬਈ ਭਾਈ ਤੇਰੇ ਆਉਣ ਦਾ ਕਾਰਨ ਕੀ? ਸੱਜਣਾ ਦੱਸ ਤੂੰ ਕਿਵੇਂ ਚੱਲ ਕੇ ਆਇਆ ਹੈ? ਤੇ ਭਾਈ ਦੀਪ ਸਿੰਘ ਜੀ ਦੇ ਸਾਹਮਣੇ ਜਦੋਂ ਉਹ ਚੱਲ ਕੇ ਆਇਆ ਹੋਇਆ ਸਿੱਖ ਇਹ ਗੱਲ ਕਹਿੰਦਾ ਨਾ ਬਈ ਭਾਈ ਦੀਪ ਸਿੰਘ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੱਦਾ ਆਇਆ। ਉਸੇ ਵਕਤ ਉੱਠ ਖਲੋਤੇ, ਹਿਰਦਾ ਬੜੀ ਪ੍ਰਸੰਨਤਾ ਤੇ ਖੁਸ਼ੀ ਨਾਲ ਭਰ ਗਿਆ ਬਈ ਉਹ ਗੁਰੂ ਜਿਹੜਾ ਚੰਦ ਰੋਜ਼ ਪਹਿਲਾਂ ਸਰਬੰਸ ਕੁਰਬਾਨ ਕਰਕੇ ਆਪਣੇ 4 ਲਾਲ ਕੁਰਬਾਨ ਕਰਕੇ ਆਪਣੀ ਬਜ਼ੁਰਗ ਮਾਂ ਕੁਰਬਾਨ ਕਰਕੇ ਚੱਲ ਕੇ ਮਾਲਵੇ ਪਹੁੰਚਿਆ ਤੇ ਅੱਜ ਉੱਥੇ ਆ ਕੇ ਉਸ ਗੁਰੂ ਨੇ ਮੈਨੂੰ ਯਾਦ ਕੀਤਾ। ਗੁਰੂ ਦੀ ਪ੍ਰਸੰਨਤਾ ਲੈਣ ਦੇ, ਖੁਸ਼ੀ ਲੈਣ ਦੇ ਲਈ ਝੱਟ ਉਸੇ ਵਕਤ ਬਚਨ ਸੁਣਦੇ ਸਾਰ ਭਾਈ ਦੀਪ ਸਿੰਘ ਚੱਲ ਕੇ ਪੌਵਿੰਡ ਤੋਂ ਦਮਦਮਾ ਸਾਹਿਬ ਆ ਗਏ ਨੇ ਤੇ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਹੁਣ ਜਿੱਥੇ ਭਾਈ ਮਨੀ ਸਿੰਘ ਜੀ ਲਖਾਰੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ, ਉੱਥੇ ਬਾਬਾ ਦੀਪ ਸਿੰਘ ਜੀ ਅਜੇ ਭਾਈ ਦੀਪ ਸਿੰਘ ਜੀ ਨੇ ਉਹਨਾਂ ਦੇ ਨਾਲ ਸ਼ਬਦ ਭਾਈ ਦੀਪ ਸਿੰਘ ਜੀ ਜੁੜਿਆ ਹੁਣ ਤੱਕ। ਤੇ ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਉਹ ਹੁਣ ਨਾਲ ਸਹਾਇਕ ਨੇ ਕਾਰਜ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਲਿਖਾਈ ਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਦੀ ਸਮੁੱਚੀ ਬਾਣੀ ਨੂੰ ਆਪਣੀ ਨਿਗਰਾਨੀ ਹੇਠ ਭਾਈ ਮਨੀ ਸਿੰਘ ਦੇ ਕੋਲੋਂ ਲਿਖਵਾਇਆ। ਭਾਈ ਦੀਪ ਸਿੰਘ ਜੀ ਸਹਾਇਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਕੇ ਸਮੁੱਚੀ ਬਾਣੀ ਨੂੰ ਸੰਪੂਰਨ ਕਰ ਦਿੱਤਾ ਤੇ ਸੰਪੂਰਨ ਕਰਕੇ ਉੱਥੇ ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਅੰਮ੍ਰਿਤਮਈ ਬਾਣੀ ਦੇ ਸਮੁੱਚੀ ਬਾਣੀ ਦੇ ਅਰਥ ਬੋਧ ਵੀ ਸਤਿਗੁਰੂ ਨੇ ਸੰਗਤਾਂ ਨੂੰ ਕਰਵਾਏ। ਭਾਈ ਮਨੀ ਸਿੰਘ ਜੀ ਉੱਥੇ ਵੀ ਕਥਾ ਕਰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਉਹ ਆਪ ਵੀ ਗੁਰੂ ਕੀ ਬਾਣੀ ਦੀ ਵਿਚਾਰ ਸਾਂਝੀ ਕਰਦੇ ਨੇ ਸੰਗਤਾਂ ਦੇ ਨਾਲ ਤੇ ਉਸ ਵਕਤ ਸੰਗਤੀ ਰੂਪ ਦੇ ਵਿੱਚ ਭਾਈ ਦੀਪ ਸਿੰਘ ਜੀ ਵੀ ਸ਼ਾਮਲ ਹੁੰਦੇ ਨੇ। ਔਰ ਜਦੋਂ ਮਾਤਾਵਾਂ ਨੇ ਇਹ ਗੱਲ ਪੁੱਛੀ ਸੀ ਨਾ ਵੀ ਸਤਿਗੁਰੂ ਪਾਤਸ਼ਾਹ ਆਪਣੇ ਲਾਲ ਨਜ਼ਰ ਨਹੀਂ ਆਉਂਦੇ, ਉਦੋਂ ਸਾਹਮਣੇ ਸੰਗਤ ਵਿੱਚ ਇਹੋ ਜਿਹੇ ਮਹਾਂਪੁਰਖ ਜਿਹੜੇ ਬੈਠੇ ਹੋਏ ਭਾਈ ਮਨੀ ਸਿੰਘ ਜੀ ਵਰਗੇ, ਭਾਈ ਦੀਪ ਸਿੰਘ ਜੀ ਵਰਗੇ, ਇਹਨਾਂ ਵੱਲ ਇਸ਼ਾਰਾ ਕਰਕੇ ਇੱਕ ਗੱਲ ਆਖੀ ਸੀ ਕਿ ਇਨ ਪੁੱਤਰਨ ਕੇ ਸੀਸ ਪੇ वार दिए सुत चार, चार मुए तो क्या हुआ जीवत कई हजार। फिक्र ना करना आ चार कुर्बान कीते ने पर वेख आ हजार उन्हां चारां दे राह दे उत्ते चलण वाले होणगे। जिथे साहब जी ने अर्थ बोध करवाए, कुछ समा दमदमा साहब रह के गुरु कलगीधर पातशाह जी आप नदेड़ वाल नूं चल पे ते
ਭਾਈ ਦੀਪ ਸਿੰਘ ਦੀ ਉੱਥੇ ਹੁਣ ਸੇਵਾ ਲਾ ਕੇ ਗਏ ਬਈ ਤੁਸੀਂ ਇੱਥੇ ਗੁਰੂ ਕੀ ਬਾਣੀ ਦਾ ਪ੍ਰਚਾਰ ਤੇ ਉਹਦੇ ਨਾਲ ਨਾਲ ਤੁਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਤਾਰੇ ਵੀ ਕਰਨੇ। ਔਰ ਭਾਈ ਦੀਪ ਸਿੰਘ ਜੀ ਨੇ ਇਹ ਸਮੁੱਚੇ ਕਾਰਜ ਨੂੰ ਆਪਣੇ ਹੱਥਾਂ ਦੇ ਨਾਲ ਕੀਤਾ। ਔਰ ਭਾਈ ਦੀਪ ਸਿੰਘ ਜੀ ਨੇ ਇੱਥੇ ਭਾਈ ਮਨੀ ਸਿੰਘ ਜੀ ਨਾਲ ਰਲ ਕੇ ਗੁਰੂ ਕੀ ਬਾਣੀ ਦੀਆਂ ਪੋਥੀਆਂ ਵੀ ਤਿਆਰ ਕਰਵਾਈਆਂ। ਵੀ ਕਈ ਵਾਰ ਇਹੋ ਜਿਹਾ ਵਿਖੜਾ ਸਮਾਂ ਵੀ ਆਉਂਦਾ ਹੈ ਜਿਹਦੇ ਵਿੱਚ ਸਮੁੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਲ ਲੈ ਕੇ ਜਾਣਾ ਬਾਣੀ ਪੜ੍ਹਨ ਦੇ ਲਈ ਕਈ ਵਾਰ ਔਖਾ ਤੇ ਮੁਸ਼ਕਲ ਹੋ ਜਾਂਦਾ ਹੈ ਤੇ ਗੁਰੂ ਕੀ ਬਾਣੀ ਨੂੰ ਛੋਟੇ ਛੋਟੀਆਂ ਪੋਥੀਆਂ ਦੇ ਵਿੱਚ ਹਿੱਸਿਆਂ ਦੇ ਵਿੱਚ ਵੰਡ ਕੇ ਉਤਾਰਾ ਕਰ ਲਿਆ ਜਾਏ। ਇਹ ਉਤਾਰਾ ਭਾਈ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਇਸ ਦਮਦਮਾ ਸਾਹਿਬ ਦੀ ਧਰਤੀ ਤੇ ਰਹਿ ਕੇ ਇਹ ਸਮੁੱਚੀ ਸੇਵਾ ਨਿਭਾ ਰਹੇ ਨੇ। ਨਾਲ ਗੁਰਮਤਿ ਦਾ ਪ੍ਰਚਾਰ ਔਰ ਭਰ ਜਵਾਨੀ ਦੇ ਅੰਦਰ ਇਹਨਾਂ ਦੀ ਚੁੱਕੀ ਹੋਈ ਕਲਮ ਭਰ ਜਵਾਨੀ ਦੇ ਅੰਦਰ ਇਹਨਾਂ ਦੇ ਅੰਦਰੋਂ ਜਿਹੜੀ ਗੁਰਮਤਿ ਝਲਕ ਕੇ ਬਾਹਰ ਪੈਂਦੀ ਸੀ ਨਾ ਉਹਨੂੰ ਵੇਖ ਕੇ ਸੰਗਤਾਂ ਨੇ ਆਖਿਆ ਬਈ ਕਹਿਣ ਨੂੰ ਲੋਕ ਕਹਿੰਦੇ ਨੇ ਇਹ ਭਾਈ ਦੀਪ ਸਿੰਘ ਨੇ ਪਰ ਇਉਂ ਲੱਗਦਾ ਸਾਨੂੰ ਇਹ ਭਾਈ ਦੀਪ ਸਿੰਘ ਨਹੀਂ ਇਹ ਬਾਬਾ ਦੀਪ ਸਿੰਘ ਜੀ ਨੇ। ਕਿਉਂ? ਕਿਉਂਕਿ ਇਹਨਾਂ ਦੇ ਕੋਲ ਬਜ਼ੁਰਗੀ ਆ ਚੁੱਕੀ ਆ। ਬਜ਼ੁਰਗੀ ਦਾ ਮਤਲਬ ਇਹਨਾਂ ਦੇ ਕੋਲ ਗੁਰੂ ਦਾ ਗਿਆਨ ਗੁਰੂ ਦੀ ਸਿਆਣਪ ਜਿਹਦੇ ਹੁਣ ਇਹ ਪਾਤਰ ਬਣ ਗਏ ਨੇ। ਬਾਬਾ ਸ਼ਬਦ ਜੀਵਨ ਦੇ ਵਿੱਚ ਗਿਆਨ ਦਾ ਪ੍ਰਤੀਕ ਆ ਸੋਝੀ ਦਾ ਪ੍ਰਤੀਕ ਆ। ਇਹ ਹੁਣ ਗਿਆਨਵਾਨ ਪੁਰਖ ਨੇ। ਇਹ ਹੁਣ ਭਾਈ ਦੀਪ ਸਿੰਘ ਨਹੀਂ ਇਹ ਹੁਣ ਬਾਬਾ ਦੀਪ ਸਿੰਘ ਜੀ ਨੇ। ਹੁਣ ਦਮਦਮਾ ਸਾਹਿਬ ਵਿਖੇ ਰਹਿ ਕੇ ਉੱਥੇ ਪੋਥੀਆਂ ਦੇ ਉਤਾਰੇ ਵੀ ਕਰ ਰਹੇ ਨੇ। ਉਸ ਇਲਾਕੇ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ। ਪਹਿਲਾਂ ਮਾਲਵਾ ਖੇਤਰ ਤੁਸੀਂ ਅੱਜ ਵੀ ਜਾ ਕੇ ਵੇਖੋ ਬਠਿੰਡੇ ਇਲਾਕੇ 'ਚ ਅੱਜ ਵੀ ਪਾਣੀ ਦੀ ਬੜੀ ਵੱਡੀ ਘਾਟ ਆ ਤੇ ਬਾਬਾ ਦੀਪ ਸਿੰਘ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਉੱਥੇ ਗੁਰੂ ਦੀ ਯਾਦ ਵਿੱਚ ਗੁਰ ਅਸਥਾਨ ਵੀ ਤਿਆਰ ਕੀਤਾ ਔਰ ਉੱਥੇ ਆਪਣੇ ਹੱਥੀਂ ਆਪ ਸੇਵਾ ਵਿੱਚ ਲੱਗ ਕੇ ਬਾਬਾ ਦੀਪ ਸਿੰਘ ਜੀ ਨੇ ਖੂਹ ਵੀ ਤਿਆਰ ਕਰਵਾਇਆ ਤਾਂ ਜੋ ਕਿ ਇਲਾਕੇ ਦੇ ਵਿੱਚ ਜਿਹੜੀਆਂ ਸੰਗਤਾਂ ਦੀ ਪਾਣੀ ਦੀ ਮੁਸ਼ਕਲ ਆ ਨਾ ਇਹ ਕਿੱਲਤ ਨੂੰ ਦੂਰ ਕੀਤਾ ਜਾਏ। ਤੇ ਦੂਜੇ ਪਾਸੇ ਸਮਾਂ ਆਪਣੀ ਚਾਲ ਨਾਲ ਗੁਜ਼ਰਿਆ। 1710 ਈਸਵੀ ਦਾ ਵਕਤ ਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹਨੂੰ ਮਾਧੋ ਦਾਸ ਤੋਂ ਗੁਰੂ ਦੀ ਬਖਸ਼ਿਸ਼ ਦੇ ਕੇ ਗੁਰਬਖਸ਼ਿਕ ਬਣਾ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਭੇਜਿਆ। ਉਹਨੇ ਪਾਣੀਪਤ ਨੂੰ ਜਿੱਤਿਆ, ਉਹਨੇ ਸਮਾਣੇ ਨੂੰ ਜਿੱਤਿਆ, ਉਹਨੇ ਸੰਢੌਰੇ ਨੂੰ ਜਿੱਤਿਆ ਤੇ ਆਖਰਕਾਰ ਸਰਹੰਦ ਉੱਤੇ ਹੱਲਾ ਬੋਲਣ ਦੇ ਲਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਲੀ ਪਹੁੰਚ ਕੇ ਬਾਂਗੜ ਇਲਾਕੇ ਤੋਂ ਚਿੱਠੀਆਂ ਭੇਜੀਆਂ ਸਨ। ਮਾਲਵੇ ਵਿੱਚ, ਮਾਝੇ ਵਿੱਚ, ਦੁਆਬੇ ਵਿੱਚ ਜਿਹੜੀਆਂ ਚਿੱਠੀਆਂ ਦੇ ਉੱਤੇ ਗੁਰੂ ਕਲਗੀਧਰ ਨੇ ਆਪਣੀ ਮੋਹਰ ਲਾਈ ਸੀ ਕਿਉਂਕਿ ਉਹਨਾਂ ਨੇ ਪੁੱਛਿਆ ਸੀ ਨਾ ਬੰਦਾ ਸਿੰਘ ਜੀ ਨੇ ਬਈ ਸਾਹਿਬ ਜੀ ਮੈਨੂੰ ਕੌਣ ਜਾਣਦਾ ਪੰਜਾਬ ਦੇ ਅੰਦਰ ਕੱਲ ਨੂੰ ਐਡਾ ਵੱਡਾ ਕਾਰਜ ਕਰਨਾ ਉਹਦੇ ਵਿੱਚ ਸਿੱਖਾਂ ਦੀ ਲੋੜ ਆ ਤੇ ਕੌਣ ਆ ਕੇ ਮੇਰੇ ਨਾਲ ਸਹਾਈ ਹੋਣਗੇ। ਗੁਰੂ ਕਲਗੀਧਰ ਨੇ ਆਖਿਆ ਸੀ ਆ ਘਰਾਣੇ ਦੇ ਸਿੱਖ ਨੇ ਤੂੰ ਮਾਲਵੇ ਚਿੱਠੀ ਭੇਜੀ ਭਾਈ ਦੀਪ ਸਿੰਘ ਦੇ ਕੋਲ, ਤੂੰ ਮਾਝੇ ਚਿੱਠੀ ਭੇਜੀ, ਤੂੰ ਦੁਆਬੇ ਚਿੱਠੀ ਭੇਜੀ, ਤੂੰ ਭਾਈ ਤਲੋਕੇ ਵਰਗੇ ਖਾਨਦਾਨਾਂ ਕੋਲ ਚਿੱਠੀ ਭੇਜੇਗਾ ਨਾ ਚੇਤੇ ਰੱਖੀ ਗੁਰੂ ਨਾਮ ਥਲੇ ਉਹ ਝੱਟ ਕਾਫਲਾ ਬਣਾ ਕੇ ਤੇਰੇ ਕੋਲ ਆਉਣ ਵਾਸਤੇ ਤਿਆਰ ਹੋ ਜਾਣਗੇ। ਔਰ ਫਿਰ ਇਵੇਂ ਹੀ ਹੋਇਆ। ਜਦੋਂ ਚੱਪਰ ਚਿੜੀ ਦੀ ਜੰਗ ਲੜੀ ਜਾ ਰਹੀ ਆ ਵਜ਼ੀਰ ਖਾਂ ਇੱਕ ਪਾਸੇ ਦੂਜੇ ਪਾਸੇ ਸਿੱਖਾਂ ਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੀ ਜਰਨੈਲੀ ਹੇਠ ਲੜਨ ਵਾਲੇ ਭਾਈ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਵਰਗੇ ਸੂਰਮੇ। ਉਦੋਂ ਆ ਇਤਫਾਕ ਸੀ ਸਾਡੀ ਕੌਮ ਦੇ ਅੰਦਰ ਜਿਹੜਾ ਅੱਜ ਸਾਡੇ ਜੀਵਨ ਚੋਂ ਨਿਕਲਦਾ ਜਾ ਰਿਹਾ, ਖਤਮ ਹੁੰਦਾ ਜਾ ਰਿਹਾ। ਅੱਜ ਹਾਸੋਹੀਣੀ ਸਥਿਤੀ ਜਿਹੜੀ ਆ ਨਾ ਉਹ ਸਾਡੀ ਕੌਮੀ ਪੱਧਰ ਤੇ ਬਣੀ ਹੋਈ ਆ। ਗੁਰਮੁਖੋ ਭਾਈ ਦੀਪ ਸਿੰਘ ਨੇ ਇਹ ਨਹੀਂ ਸੀ ਕਿਹਾ ਆ ਕੇ ਬਈ ਬੰਦਾ ਸਿੰਘ ਤੇਰੀ ਜਰਨੈਲੀ ਥੱਲੇ ਲੜਾਂਗਾ, ਸ਼ੇਰਾ ਤੈਨੂੰ ਚਲੇ ਜਾਣਾ ਹੈ। ਉਹ ਤੂੰ ਕੱਲ ਸਿੱਖ ਬਣਿਆ, ਅਜੇ ਸਾਨੂੰ ਲੰਮੇ ਸਮੇਂ ਤੋਂ ਸਿੱਖੀ ਕਮਾਉਂਦਿਆਂ ਹੋ ਗਿਆ, ਅਸੀਂ ਗੁਰੂ ਬਖਸ਼ਿਸ਼ ਨੂੰ ਬੜਾ ਪ੍ਰਾਪਤ ਕੀਤਾ, ਇਹ ਨਹੀਂ ਹੋਏਗਾ। ਨਹੀਂ ਮੈਂ ਆਪਣੀ ਜਥੇਦਾਰੀ ਥੱਲੇ ਜੰਗ ਲੜਾਂਗਾ, ਨਹੀਂ ਐਸੀ ਗੱਲ ਨਹੀਂ ਸੀ। ਅੰਦਰ ਇੱਕੋ ਹੀ ਮਨਸ਼ਾ ਸੀ ਜਿਹਨੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕੀਤਾ। ਅਸੀਂ ਉਸ ਪਾਪੀ ਦਾ ਅੰਤ ਕਰ ਸਕੀਏ। ਸ਼ੇਰਾ ਜਿਹਨੂੰ ਮਰਜ਼ੀ ਚਲਾ ਜਾਏ ਪਰ ਅਸੀਂ ਆਪਣੇ ਜੀਵਨ ਦੇ ਅੰਦਰ ਸਫਲਤਾ ਤੱਕ ਪਹੁੰਚ ਕਰਨੀ ਹੈ। ਇਸ ਸਰਹੰਦ ਦੇ ਉੱਤੇ ਫਤਿਹ ਗਜਾਉਣੀ ਆ, ਸਰਹੰਦ ਨੂੰ ਫਤਿਹ ਕਰਨਾ। ਮਨਸ਼ਾ ਇੱਕੋ ਹੀ ਸੀ।
ਵੀ ਸਰਹੰਦ ਤੇ ਫਤਿਹ ਕਿਵੇਂ ਕੀਤੀ ਜਾਏ। ਔਰ ਉਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਏਡੀ ਕੁ ਸੂਰਮ ਗਤੀ ਨਾਲ ਲੜਦੇ ਨੇ ਨਾ ਬਈ ਉਹਨਾਂ ਦਾ ਇੱਕ ਦੰਦ ਵੀ ਟੁੱਟ ਜਾਂਦਾ ਹੈ। ਤੇ ਉੱਥੇ ਸੰਗਤਾਂ ਨੇ ਫਿਰ ਸਮੁੱਚੇ ਖਾਲਸਾ ਨੇ ਇਕੱਠਾ ਹੋ ਕੇ ਜਦੋਂ ਜੰਗ ਜਿੱਤੀ ਗਈ ਨਾ 1710 ਦੀ ਚੱਪੜ ਚਿੜੀ ਦੀ, ਸਰਹੰਦ ਨੂੰ ਫਤਿਹ ਕੀਤਾ, ਸਰਹੰਦ ਦੇ ਉੱਤੇ ਸਿੱਖੀ ਨੇ ਆਪਣਾ ਕਬਜ਼ਾ ਕਰ ਲਿਆ ਔਰ ਐਲਾਨ ਕਰ ਦਿੱਤਾ ਬਈ ਅੱਜ ਤੋਂ ਬਾਅਦ ਲੋਹਗੜ੍ਹ ਸਾਡੀ ਰਾਜਧਾਨੀ ਹੋਏਗੀ। ਦੇਗੋ ਤੇਗੋ ਫਤਿਹ ਉਹ ਨੁਸਰਤ ਵੇਦ ਰੰਗ ਸਿੱਕਾ ਜਾਰੀ ਕਰ ਦਿੱਤਾ। ਉੱਥੇ ਖਾਲਸੇ ਨੇ ਬਾਬਾ ਦੀਪ ਸਿੰਘ ਨੂੰ ਇੱਕ ਖਿਤਾਬ ਦਿੱਤਾ, ਉਹ ਖਿਤਾਬ ਸੀ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਹਦੇ ਅਰਥ ਸਨ ਬਈ ਇਹਨਾਂ ਨੇ ਇਸ ਜੰਗ ਦੇ ਵਿੱਚ ਇੰਨੀ ਸੂਰਮ ਗਤੀ ਦੇ ਨਾਲ ਅਗਾਂਹ ਵੱਧ ਕੇ ਲੜਨ ਦਾ ਯਤਨ ਕੀਤਾ ਬਈ ਇਹ ਮਰਨ ਤੋਂ ਨਹੀਂ ਡਰੇ, ਇਹ ਆਪਣੇ ਆਪੇ ਦੀ ਕੁਰਬਾਨੀ ਤੋਂ ਨਹੀਂ ਡਰੇ। ਤੇ ਇਹਨਾਂ ਨੇ ਆਪਣੇ ਤਨ ਦੇ ਉੱਤੇ ਵਾਰ ਵੀ ਸਹਾਰ ਲਏ ਔਰ ਆਪਣਾ ਦੰਦ ਵੀ ਤੁੜਵਾ ਲਿਆ, ਤੇ ਪਰ ਇਹਨਾਂ ਨੇ ਇੱਕ ਕਦਮ ਪਿੱਛੇ ਨਹੀਂ ਪੁੱਟਿਆ। ਇਸ ਕਰਕੇ ਇਹ ਜਿੰਦਾ ਸ਼ਹੀਦ ਦਾ ਖਿਤਾਬ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਕੇਵਲ ਤੇ ਕੇਵਲ ਜਿਹੜਾ ਉਹ ਖਾਲਸੇ ਵੱਲੋਂ ਦਿੱਤਾ ਗਿਆ, ਉਹਨਾਂ ਨੂੰ ਪ੍ਰਾਪਤ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੁਝ ਹੋਰ ਵਕਤ ਗੁਜ਼ਾਰ ਕੇ ਤੇ ਆਖਰਕਾਰ ਜਦੋਂ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ 1716 ਈਸਵੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ, ਤੇ ਬਾਬਾ ਦੀਪ ਸਿੰਘ ਜੀ ਹੁਣ ਪੱਕੇ ਤੌਰ ਦੇ ਉੱਤੇ ਦਮਦਮਾ ਸਾਹਿਬ ਵਿਖੇ ਆਪਣਾ ਟਿਕਾਣਾ ਬਣਾ ਲੈਂਦੇ ਨੇ। ਉਸ ਤੋਂ ਬਾਅਦ ਕੌਮ ਦੋ ਧੜਿਆਂ 'ਚ ਵੰਡੀ ਜਾਂਦੀ ਆ, ਬੰਦਈ ਖਾਲਸਾ, ਤਤ ਖਾਲਸਾ, ਤੇ ਉਹਨੂੰ ਵੀ ਭਾਈ ਮਨੀ ਸਿੰਘ ਜੀ ਵਿੱਚ ਪੈ ਕੇ ਨਿਪਟਾਉਂਦੇ ਨੇ। ਔਰ ਇੱਧਰ 1716 ਤੋਂ ਲੈ ਕੇ ਲਗਾਤਾਰ 11 ਸਾਲ 1716 ਤੋਂ ਲੈ ਕੇ 1727 ਤੱਕ 11 ਸਾਲ ਦਾ ਸਮਾਂ ਬਣ ਜਾਂਦਾ ਹੈ। 11 ਸਾਲ ਦੇ ਅੰਦਰ ਬਾਬਾ ਦੀਪ ਸਿੰਘ ਜੀ ਨੇ 4 ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਪਣੇ ਮੁਬਾਰਕ ਹੱਥਾਂ ਦੇ ਨਾਲ ਲਿਖੇ ਨੇ। ਫਿਰ 11 ਸਾਲ ਤੇ 4 ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਪਣੇ ਹੱਥਾਂ ਨਾਲ ਲਿਖੇ ਔਰ ਆਪ ਸਮੁੱਚੀ ਸੇਵਾ ਨਿਭਾਈ, ਤੇ ਸੇਵਾ ਨਿਭਾ ਕੇ ਉਹ ਸਰੂਪ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਦੂਜਾ ਸਰੂਪ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ, ਉਹ ਧਰਤੀ ਜਿਸ ਧਰਤੀ ਤੋਂ ਮੈਨੂੰ ਇਹ ਦਾਤ ਪ੍ਰਾਪਤ ਹੋਈ ਸਿੱਖੀ ਦੀ, ਇੱਕ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਜਨਮ ਅਸਥਾਨ ਪਟਨਾ ਸਾਹਿਬ ਦੀ ਧਰਤੀ ਤੇ ਹਰਮੰਦਰ ਸਾਹਿਬ ਵਿਖੇ ਭਾਈ ਬਾਬਾ ਦੀਪ ਸਿੰਘ ਜੀ ਨੇ ਨਾ ਉਹਨਾਂ ਨੇ ਇਹ ਤਿਆਰ ਕਰਕੇ ਭਜਵਾਏ। ਤੇ ਇੱਕ ਸਰੂਪ ਅਰਬੀ ਭਾਸ਼ਾ ਦੇ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਨਾ ਉਹ ਤਿਆਰ ਕਰਵਾ ਕੇ ਅਰਬ ਇਲਾਕੇ ਦੇ ਵਿੱਚ ਉਹਨਾਂ ਨੇ ਭੇਜਿਆ। ਉਹ ਅੱਜ ਵੀ ਅਰਬ ਕੰਟਰੀਆਂ ਦੇ ਵਿੱਚ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ, ਅਰਬੀ ਵਿੱਚ ਲਿਖਿਆ ਹੋਇਆ ਪਾਵਨ ਸਰੂਪ, ਜਿਹਨੂੰ ਬਾਬਾ ਦੀਪ ਸਿੰਘ ਜੀ ਨੇ ਉਹ ਸਮੁੱਚੀ ਸੇਵਾ ਨਿਭਾਈ। ਹੁਣ ਜਦੋਂ ਆਹ ਇਤਿਹਾਸ ਦੀ ਲੜੀ ਨੂੰ ਵਿਚਾਰਦੇ ਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਿਆ ਬਈ ਸਤਿਗੁਰੂ ਪਾਤਸ਼ਾਹ ਜਿਹਨੇ ਆਪਣੇ ਹੱਥਾਂ ਦੇ ਨਾਲ ਇੱਕ ਨਹੀਂ, ਦੋ ਨਹੀਂ, 4 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਿਖਿਆ। ਮਾਲਕਾ ਉਹਨਾਂ ਦਾ ਖਿਰਦਾ ਤਾਂ ਇੰਨਾ ਪਰਮੇਸ਼ਰ ਪਰਮਾਤਮਾ ਦੇ ਨਾਲ ਵਿੰਨਿਆ ਗਿਆ ਕਿ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਹੁਣ ਬਾਣੀ ਲਿਖਣ ਵਾਲੇ ਦਾ ਹਿਰਦਾ ਇਹਨਾਂ ਬਖਸ਼ਾਂ ਦੇ ਨਾਲ ਭਰ ਚੁੱਕਾ ਸੀ, ਜਿਹਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਕ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜੇ ਬਾਣੀ ਨਾਲ ਜੁੜ ਜਾਂਦੇ ਨੇ ਨਾ ਉਹਨਾਂ ਤੇ ਇਹ 4 ਬਖਸ਼ਾਂ ਹੋ ਜਾਂਦੀਆਂ ਨੇ। ਨੰਬਰ 1 ਰੱਬੀ ਦਰਸ਼ਨਾਂ 'ਚ ਸਮਾ ਜਾਂਦੇ ਨੇ, ਨੰਬਰ 2 ਰੱਬੀ ਚਰਨਾਂ ਦੇ ਵਿੱਚ ਸਮਾ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ, ਨੰਬਰ 3 ਉਹਨਾਂ ਦੇ ਜੀਵਨ 'ਚ ਵਿਕਾਸ ਆ ਜਾਂਦਾ ਹੈ, ਨੰਬਰ 4 ਉਹਨਾਂ ਦਾ ਜੀਵਨ ਇਤਨਾ ਕੁ ਖੇੜੇ ਵਾਲਾ ਹੋ ਜਾਂਦਾ ਹੈ ਬਈ ਉਹਨਾਂ ਦੀ ਜ਼ਿੰਦਗੀ 'ਚ ਉਹ ਫਿਰ ਕੋਈ ਖੇੜੇ ਨੂੰ ਖਤਮ ਨਹੀਂ ਕਰ ਸਕਦਾ, ਭਾਵੇਂ ਕੋਈ ਬੰਦ ਕੱਟਣ ਵਾਲਾ ਤਾਂ ਹੋਵੇ
पर चेते रखियो भाई मनी सिंह वर्गे नूं ओहदे बंद तां कट दिंदा है पर ओहदे अंदर दे खेड़े नूं खत्म नहीं कर सकदा। दर्शन दर्शन परसन सरसन हरसन रंग रंगी करतारी ने बाणी पढ़न वाले उत्ते ओहदा हिरदा इस तरह अमृतमई बाणी दे नाल अंदरों साहब जी ने कृपा कीती भर गया ना बई धुर की बाणी आई तिन सगली चिंत मटाई ओ इस बख्शिश के पात्र बने। ये रहमत नूं बाबा दीप सिंह जी ने अपने जीवन के अंदर प्राप्त किया और फिर इत्थे रहंदियां होइयां जदों आ सेवा का कारज पूरा हुंदा है दमदमा साहब विखे नाले हुण ये नहीं भी कला गुरु ग्रंथ साहब जी की लिखाई का ही काम करते हैं, नहीं उहदे नाल प्रचार गुरु की संगत विच दीवान भी लाउणा गुरबाणी की कथा भी करनी शास्त्र विद्या भी सिखाउणी। और एक दिन सजे हुए दीवान दे विच करमचंद शरीर ते कई किस्म दी सट्टां वजियां होईयां ने, इउं लगदा है जिवें किसी ने चंगी तरह घेर के कुट्टिया ते लुट्टिया होवे। करमचंद अपनी घरवाली दे नाल शहीद बाबा दीप सिंह जी उन्हां दे सजे हुए दरबार दे विच आके करलाउंदा है, डिग के एक गल कहंदा है, कहंदा बाबा दीप सिंह जी नूं खालसा जी मैं सुनिया सी बई गुरु नानक दे घर दे विच जेड़ा दुखियारा चल के आजे गुरु नानक दा घर ओदी बाह पकड़ लैंदा है, ओ मेरे तो वड्डा दुखियारा कौन हो सकता है। आ नासरदीन जिने मेरी नूंह ते मेरी धी उन दोवां नूं साडे कोलों खो के ओदे बंदे चुक के अपनी हवेली विच लै गए ते बाबा दीप सिंह जी नाल उन्होंने ਸਿੰਘਾਂ ਨੂੰ लिया ते ਸਿੰਘਾਂ ਨੂੰ नाल लैके नासरदीन दी हवेली दे अंदर उन्होंने चारे पास तो घेरा पा के अंदर सुनेहा दिता है भी सजना जो तू इस वक्त लुट के लैके आया किस दी पत नूं बा इज्जत तेनू वापस करना पेगा, नहीं आ तेरियां बणियां हुई हवेलियां ते वड्डे वड्डे महल ना आ कुछ खिना दे विच कुछ पलां दे विच चेते रखी ये ढह ढेरी हो जाने ने, असीं इन्हां ते हमला करने वास्ते तैयार बैठे हाँ। तेरी गिरफ्त दे विचों असी उन्हां बच्चियां नूं छुड़ा के लैके जाना है। नासर खां दे कोल नासरदीन दे कोल जो सुनेखा पहुँचदा ना तो उस वक्त वो आप चल के आया, चल के आके खिमा मंगदा नाल एक गल कहंदा कहंदा ये कुकर्म मैं नहीं सी कीता, ये मेरे बंदे कर आए ते बाबा दीप सिंह जी नूं बई खालसा जी जे तुसीं चाहुंदे हो तो मैं वो बंदे भी तुहाडे हवाले कर दिंदा, इह च मेरा कसूर कोई नहीं, मैनू कुछ ना कहो तुसीं आ ओ औरतां ने आ ओ बच्चियां ने आ ओ जवान बीबियां ने जिन्हां नूं मेरे बंदे चुक के लैके आए सन। बाबा दीप सिंह ओहदे गिरफ्तारी दे विचों उन्हां बच्चियां नूं छुड़ा के उन्हां दे घरों घरी पहुंचा के आए ते खालसे ने जिहड़ी गल धन गुरु कलगीधर पातशाह ने कही सी ना बई हमले जाने पंथ उचेरे, असी पंथ नूं बड़ा उच्चा लैके जाना है। दुश्मन की करदा है वह जंग विच दूजे दी आई कोई औरत नाल बेपत्ती करदा है, पर चेते रखियो साडे घर दे विच ऐसी गल नहीं होएगी, इस घर दी एक वखरी ते नवेकली विचारधारा है। जे दुश्मन दी भी औरत हथ आ जाए ना ये ओनू बा इज्जत ओदे घर छड्ड के आउंदा जे। दूजे पासे अब दुश्मन खां वर्गे अपने पुत जकरिया खां नूं ਉਹ ਗੁਰਤਾ माफ़ करना वो तख्त दे जाते ने, लाहौर का तख्त अब दुश्मन खां ने जकरिया खां नूं संभाल दिता। ते जकरिया खां ने की कीता हुण एक तो उन्हां दिनां च 1726 ईस्वी दे विच भाई तारा सिंह डलवां दी शहीदी हुंदी है, कसूर कोई भी नहीं सी, दुश्मन ने घेर के मारना चाहिए। उस तो मगरों नवाब कपूर सिंह भावें सरदार दरबारा सिंह जी वो मुखीए ने पर नवाब कपूर सिंह जी उगड़ के सामने आते हैं। उन्होंने सारिਆਂ ਨੂੰ इकट्ठियां किया, खालसे ਨੂੰ इकट्ठियां करके जिस बाबा दीप सिंह जी भी हुण शामिल ने, सारे शामिल ने, इकट्ठियां होकर एक फैसला किया बई दुश्मन दे नाल
हुण सानूं दो हत्थ करने पैणगे। कुछ फैसले कीते, अमृतसर साहिब की धरती ते इकत्तर होके उत्थे गुरमता लिया सी। एक गुरमता कीता सी, वो गुरमता ये कीता सी बई दुश्मन नूं असीं किवें ना किवें वो लुटना है, उहदे कोलों हथियार भी खोने ने, उन्होंने आर्थिक पक्ष तो नुकसान पहुंचा के उन्होंने कमज़ोर करना है। ऐसा कुछ किया, सफल भी हुए। और फिर जिस डरों जकरिया खां मुड़ नवाबी भेजदा है सरदार सुबेग सिंह जी दे राही, बई देखो तुसी एक काम करो, तुसी इवें लुटो ना, असीं तुहानूं कुछ भी नहीं कहंदे। क्योंकि डरदा सी जो इकट्ठे होकर लुटते सी सरकारी खजाने नूं, एक करोड़ां ते लखां रुपया लुट लै जांदे सन इक्को बार। उन्हें नवाबी दे दित्ती। हुण उन्हें दो गल्लां सोचियां। एक गल सोची उन्हें बई एक नवाबी दित्ती जिहदे विच कुछ पिंडां दी जगीर भी आ, 1.25 लाख रुपया, एक पोशाक भी भेजी। कहंदा भी एक तां इह हुण लुटना बंद कर देणगे, दूजी गल इन्हां नूं मैं जहर दे के नहीं मार सकिया, हो सकदा मिठा दे के मार सकां। वो इन्हां रुतबियां खातर बहुत बार आपस लड़ के मर जाते हैं लोग। इन्हां ने आपस च लड़ के मर जाना बई नवाबी किनूं मिले। पर जदों लगे हुए सजे हुए दरबार दे विच सरदार सुबेग सिंह जी पहुंचे, सरदार दरबारा सिंह जी उन्होंने फैसला किया नवाबी सरदार कपूर सिंह नूं दित्ती जाए। सरदार कपूर सिंह दा अगों ये फैसला सी आप खालसे नूं, सरदार दरबारा सिंह जी नूं कहन लगे ये नवाबी, ये खिलत, ये पोशाक मैं उदों पहनांगा, उदों धारण करांगा, उदों मैं नवाबी लवांगा जदों ये नवाबी पंजां दे चरनां नूं छुआई जाए। वो एक गल प्रगट करती सी बई जकरिया खां चेते रखी, तेरे वल्लों मिली हुई नवाबी नूं असी जदों किते तू कल नूं साडे नाल कोई विगड़ पैदा कीती ना, असी इहनूं जुत्ती दी नोक ते ठकरा देंगे। और पंजां प्यारियां विच सेवा निभाउण वाले एक भाई शहीद बाबा दीप सिंह जी ने, जिन्हां दे मुबारक चरनां नूं वो खिलत वो पोशाक छुआ के मुड़ नवाब कपूर सिंह नूं दित्ती। उन्होंने दो दल बना लए, एक बुढ़ा दल ते एक तरना दल, भी दो हिस्सियां च वंड लिया। गिणती वाधी सी, प्रबंध करना सौखा हो जाए, क्योंकि हुण वक्त इहो जिहा है जिन्हों रतन सिंह भंगू जी लिखते हैं, ग्रह तज बन लुके बन तज नीर लुका है। सिख घर च नहीं रह रहे, हुण जंगलों च रह रहे ने, घर बाहर छड्डना पै गया। ग्रह तज बन लुके, जंगलों में जाके अपना डेरा ला लिया। बन तज नीर लुका है, तो कई बार दुश्मन जंगलों भी अग ला दिंदा है। दसो हुण खालसा कित्थे जाके जीए? जदों दुश्मन ने जंगल नूं अग ला दित्ती, उदों खालसा ने कई बार पानी विच भी अपने जीवन दीयां घड़ियां गुजारियां, पर पानी विच भला किन्ना कुछ समा रहा जा सकता। ग्रह तज बन लुके बन तज नीर लुका है, नीर लुकै सिंह ना रहे, कवन सिंघन कथ जाए। दसो हुण सिੱਖੀ कित्थे जाए? तरना दल दे मुखी शहीद बाबा दीप सिंह जी, और उन्होंने जिम्मेवारी दिती बई तुहाडा काम दुश्मन दे नाल जिहड़ा बाहरों हमलावर बन के आउंदा ते उहदे नाल टक्कर लैना होएगा, ते उहनूं मोड़वा जवाब देना होएगा। समा अपनी चाल नाल चलिया। इस 1733-34 दीयां घटनावां ने 1748 ईस्वी तक इसे तरह काम चलदा रहा। प्रचार भी होंदा रहा। शहीद बाबा दीप सिंह जी उस बिखड़े पैंडे दे विच भी प्रचार करते रहे, ते दुश्मन वो हमेशा हरमंदर साहिब ते अपनी गहरी नज़र रखता रहा। क्यों? क्योंकि उहदे कन्नां विच एक खबर पै चुकी सी कि मुरशद इनका बली पयो है, आबे हयात इनको दियो है। इन्हों अमृत की दात दे के गया। आबे हयात अमृत नूं कहंदे ने, मुरशद कहंदे ने गुरु नूं, कहंदे इन्हां दा मुरशद बड़ा भारा है, इनको दियो कलाम बताए हैं। सब तो वड्डी गल ये कर दी
ਬਈ ਗੁਰੂ ਆਪਣੇ ਕੋਲ ਕੁਝ ਵੀ ਨਹੀਂ ਲੈ ਕੇ ਗਿਆ, ਇਹਨਾਂ ਨੂੰ ਕਲਾਮ ਵੀ ਦੇ ਗਿਆ, ਭਾਵ ਸ਼ਬਦ ਵੀ ਦੇ ਗਿਆ। ਹੁਣ ਸ਼ਬਦ ਦੀ ਤਾਕਤ ਆ ਨਾ ਇਹਨਾਂ ਦੇ ਅੰਦਰ, ਉਹ ਅੰਦਰ ਨੂੰ ਏਡੀ ਕੁ ਦ੍ਰਿੜਤਾ ਤੇ ਸੂਰਬੀਰਤਾ ਭਰ ਦਿੰਦੀ ਆ ਨਾ ਬਈ ਜਿਹੜੇ ਕਦੇ ਕਹਿੰਦੇ ਸੀ ਕਾਮ ਹਮਾਰਾ ਤੋਲਨ ਤੱਕਰੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਤੋਂ ਡਰ ਸੇ ਮਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ, ਉਹ ਵੀ ਹੁਣ 1.25 ਲੱਖ ਦੇ ਨਾਲ ਮੁਕਾਬਲਾ ਕਰਨ ਜੋਗੇ ਹੋ ਗਏ ਨੇ। ਕਿਉਂ? ਕਿਉਂਕਿ ਇਹਨਾਂ ਦੇ ਅੰਦਰ ਉਹ ਕਲਾਮ, ਉਹ ਸ਼ਬਦ ਚਲਾ ਗਿਆ ਹੈ, ਇਹਨਾਂ ਦੇ ਅੰਦਰ ਉਹ ਅੰਮ੍ਰਿਤ ਚਲਾ ਗਿਆ ਹੈ, ਇਹਨਾਂ ਦੇ ਅੰਦਰ ਉਹ ਖੰਡੇ ਕੀ ਪਹੁਲ ਚਲੀ ਗਈ ਆ ਜਿਹੜੀ ਹੁਣ ਕਦੇ ਇਹਨਾਂ ਨੂੰ ਢਹਿੰਦੀ ਕਲਾ ਵਿੱਚ ਨਹੀਂ ਜਾਣ ਦਿੰਦੀ। ਭਾਵੇਂ ਇਹ ਕੱਲਾ ਵੀ ਹੋਵੇ ਨਾ, ਇਹ 1.25 ਲੱਖ ਕਹਿੰਦਾ ਹੈ ਆਪਣੇ ਆਪ ਨੂੰ, ਭਾਵ ਇਹਨਾਂ 'ਚ ਢਹਿੰਦੀ ਕਲਾ ਨਹੀਂ ਹੋਣਾ। 1748 ਈਸਵੀ ਦੇ ਵਿੱਚ ਜਦੋਂ ਸਿੱਖਾਂ ਦੇ 65 ਜਥੇ ਬਣ ਗਏ, 65 ਜਥੇ ਦੇਖੋ, ਤੇ ਉਦੋਂ ਫਿਰ ਨਵਾਬ ਕਪੂਰ ਸਿੰਘ ਨੇ ਨਾ ਇੱਕ ਕੰਮ ਕੀਤਾ ਬਈ ਇਵੇਂ ਕਿਤੇ ਵੰਡੇ ਨਾ ਜਾਈਏ ਅਸੀਂ ਆਪਸ ਦੇ ਵਿੱਚ। ਉਹਨਾਂ 65 ਦੇ 65 ਜਥਿਆਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਦਲ ਖਾਲਸਾ ਬਣਾ ਦਿੱਤਾ। ਦਲ ਖਾਲਸਾ ਬਣਾ ਕੇ ਮੁੜ ਦੁਬਾਰ ਤੋਂ ਉਹਨਾਂ ਨੂੰ ਮਿਸਲਾਂ ਵਿੱਚ ਵੰਡ ਦਿੱਤਾ। 12 ਮਿਸਲਾਂ ਜਿਹੜੀਆਂ ਨੇ ਨਾ ਉਹ ਸਿੱਖਾਂ ਦੀਆਂ ਤਿਆਰ ਕੀਤੀਆਂ। ਮਿਸਲ ਸ਼ਬਦ ਦਾ ਅਰਥ ਹੁੰਦਾ ਹੈ, ਮਿਸਲ ਦਾ ਅਰਥ ਫਾਈਲ। 12 ਮਿਸਲਾਂ ਦੇਖੋ ਨਾ, 65 ਜਥੇ ਸੀ, ਉਹਨਾਂ ਨੂੰ ਘਟਾ ਕੇ 12 ਮਿਸਲਾਂ ਵਿੱਚ ਲਿਆਂਦਾ। 12 ਮਿਸਲਾਂ ਦੇ 12 ਜਥੇਦਾਰ, ਤੇ ਜਥੇਦਾਰ ਕੋਲ ਇੱਕ ਮਿਸਲ ਹੁੰਦੀ ਸੀ ਬਈ ਆਹ ਸਿੰਘ ਇਸ ਮਿਸਲ ਦੇ ਵਿੱਚ ਆ। ਹਰ ਇੱਕ ਨੂੰ ਪੂਰਨ ਖੁੱਲ੍ਹ ਹੁੰਦੀ ਸੀ ਬਈ ਇੱਕ ਮਿਸਲ ਚੋਂ ਦੂਜੀ ਮਿਸਲ 'ਚ ਜਾ ਕੇ ਰਹਿ ਸਕਦਾ। ਉਹ ਤਾਂ ਕੇਵਲ ਪ੍ਰਬੰਧ ਕਰਨਾ ਸੀਗਾ ਬਈ ਜੰਗਲ ਵਿੱਚ ਲੰਗਰ ਪਾਣੀ ਵੀ ਤਿਆਰ ਕਰਨਾ, ਸੌਖੇ ਤਰੀਕੇ ਨਾਲ ਤਿਆਰ ਹੋ ਜੇ। ਦੁਸ਼ਮਣ ਵੀ ਬਾਹਰੋਂ ਆ ਕੇ ਹਮਲਾ ਕਰ ਦਿੰਦਾ ਕਈ ਵਾਰ, ਉਹ ਤੋਂ ਵੀ ਬਚਾਇਆ ਜਾ ਸਕੇ। ਤੇ ਉਹਨਾਂ ਵਿੱਚੋਂ ਇੱਕ ਮਿਸਲ ਦਾ ਨਾਮ ਸ਼ਹੀਦ ਸਿੰਘੀ ਮਿਸਲ ਆ, ਜਿਹਨੂੰ ਸ਼ਹੀਦ ਮਿਸਲ ਵੀ ਕਿਹਾ। ਤੇ ਉਹ ਸ਼ਹੀਦ ਮਿਸਲ ਦੇ ਮੋਢੀ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੇ ਜਿੰਮੇ ਇਹ ਸੇਵਾ ਲੱਗੀ ਸੀ ਬਈ ਤੁਹਾਡੀ ਮਿਸਲ ਦੀ ਸੇਵਾ ਜਿਹੜੀ ਆ ਨਾ ਉਹ ਪ੍ਰਚਾਰ ਕਰਨਾ, ਤੇ ਦੂਜਾ ਕੰਮ ਤੁਹਾਡੀ ਮਿਸਲ ਦਾ ਹੋਏਗਾ ਗੁਰਧਾਮਾਂ ਦੀ ਰਾਖੀ ਕਰਨੀ। ਔਰ ਫਿਰ ਜਦੋਂ 1757 ਈਸਵੀ ਦੇ ਅੰਦਰ ਦੁਸ਼ਮਣ ਨੇ, ਅਬਦਾਲੀ ਨੇ ਤੈਮੂਰ ਆਪਣੇ ਪੁੱਤਰ ਨੂੰ ਇੱਥੇ ਪੰਜਾਬ ਦਾ ਗਵਰਨਰ ਬਣਾ ਕੇ ਤੇ ਸਿੱਖਾਂ ਉੱਤੇ ਜ਼ੁਲਮ ਕਰਨ ਵਾਸਤੇ ਛੱਡ ਗਿਆ ਸੀ ਨਾ, ਤੇ ਫਿਰ ਤੈਮੂਰ ਨੇ ਹਰਮੰਦਰ ਸਾਹਿਬ ਨੂੰ ਜਦੋਂ ਖਤਮ ਕਰਵਾਇਆ, ਹਰਮੰਦਰ ਸਾਹਿਬ ਨੂੰ ਢਹਿ ਕਰਵਾਇਆ, ਉਹ 'ਤੇ ਹਮਲਾ ਕੀਤਾ। ਤੇ ਬਾਬਾ ਦੀਪ ਸਿੰਘ ਜੀ ਕੋਲ ਖਬਰ ਜਾਂਦੀ ਆ। ਉਦੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣਾ ਕਾਫਲਾ ਲੈ ਕੇ ਬਈ ਸਾਡੇ ਨਾਲ ਉਹ ਚੱਲਿਓ ਜਿਹੜਾ ਇਹ ਗੱਲ ਕਹਿਣੀ ਜਾਣਦਾ ਹੋਵੇ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਔਰ ਉਹ ਹਰਮੰਦਰ ਸਾਹਿਬ ਦੀ ਰਾਖੀ ਕਰਦੇ ਹੋਏ 1757 ਈਸਵੀ ਦੇ ਅੰਦਰ ਆਪਣੇ ਆਪੇ ਦੀ ਕੁਰਬਾਨੀ ਸ਼ਹਾਦਤ ਦੇ ਗਏ। ਔਰ ਸੰਸਾਰ ਨੂੰ ਦੱਸ ਗਏ, ਦੁਨੀਆ ਨੂੰ ਦੱਸ ਗਏ ਕਿ ਦੁਨੀਆ ਦੇ ਲੋਗੋ, ਜੇ ਕਿਤੇ ਕੋਈ ਦੁਸ਼ਮਣ ਸਾਡੇ ਗੁਰਧਾਮ ਉੱਤੇ ਆ ਕੇ ਹਮਲਾ ਕਰੇ ਤਾਂ ਸਿੱਖ ਨੂੰ ਆਪਣਾ ਗੁਰਧਾਮ ਐਡਾ ਪਿਆਰਾ ਹੈ, ਉਹ ਆਪਣੇ ਆਪੇ ਦੀ ਕੁਰਬਾਨੀ ਦੇ ਕੇ ਵੀ ਆਪਣੇ ਗੁਰਧਾਮ ਦੀ ਇੱਜ਼ਤ ਨੂੰ, ਆਪਣੇ ਗੁਰਧਾਮ ਦੀ ਜਿਹੜੀ ਉੱਥੋਂ ਦੀ ਮਾਣ ਮਰਿਆਦਾ ਹੈ ਉਹਨੂੰ ਕਾਇਮ ਰੱਖਣ ਵਾਸਤੇ ਉਹ ਆਪਣੇ ਆਪੇ ਦੀ ਕੁਰਬਾਨੀ ਦੇ ਜਾਂਦਾ ਹੈ। ਤੇ ਫਿਰ ਐਸੇ ਯੋਧਿਆਂ ਦੇ ਲਈ ਅਰਦਾਸ 'ਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਅਸੀਂ ਨਿਤ ਦਿਹਾੜੇ ਉਹਨਾਂ ਨੂੰ ਯਾਦ ਕਰਕੇ ਗੁਰੂ ਚਰਨਾਂ 'ਚ ਜੁੜਨ ਦਾ ਯਤਨ ਕਰਦੇ ਹਾਂ। ਗੁਰੂ ਦਾਤਾ ਰਹਿਮਤ ਕਰੇ, ਸਾਡੇ ਤੇ ਬਖਸ਼ਿਸ਼ ਕਰੇ। ਆਪ ਜਿਸ ਪ੍ਰੇਮ ਦੇ ਨਾਲ ਸੰਗਤਾਂ ਨੇ ਰਲ ਮਿਲ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਮਨਾਉਣ ਦਾ ਯਤਨ ਕੀਤਾ, ਗੁਰੂ ਰਹਿਮਤ ਕਰੇ। ਜਿਹੜੀ ਬਖਸ਼ਿਸ਼ ਦੇ ਪਾਤਰ ਉਹ ਦੀਪੇ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਬਣ ਗਏ ਸਨ ਲੈ ਕੇ ਗੁਰੂ ਦੇ ਕੋਲੋਂ, ਉਹ ਬਖਸ਼ਿਸ਼ ਆਪਾਂ ਵੀ ਗੁਰੂ ਚਰਨਾਂ ਵਿੱਚੋਂ ਲੈ ਕੇ ਆਪਣੇ ਜੀਵਨ ਨੂੰ ਸੱਚ ਨਾਲ ਜੋੜੀਏ। ਮੈਂ ਦੁਬਾਰਾ ਫਿਰ ਦੋਏ ਹੱਥ ਜੋੜ ਕੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਬਈ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨੂੰ ਹਾਸਲ ਨਹੀਂ ਨਾ ਕੀਤਾ, ਉਹ ਗੁਰੂ ਚਰਨਾਂ ਨਾਲ ਜੁੜ ਕੇ ਅੰਮ੍ਰਿਤ ਦੀ ਦਾਤ ਨੂੰ ਧਾਰਨ ਕਰੀਏ। ਮੇਰੀਆਂ ਮਾਤਾਵਾਂ ਭੈਣਾਂ, ਇਹੋ ਜਿਹਾ ਕਰ ਕਿਸੇ ਦਾ ਨਹੀਂ ਜਿਹੜਾ ਤੁਹਾਨੂੰ ਖੁੱਲ੍ਹੀ ਆਗਿਆ ਦਿੰਦਾ ਹੋਵੇ। ਤੁਸੀਂ ਅੱਜ ਵੀ ਵੇਖ ਲਵੋ, ਕੋਈ ਹਿੰਦੂ ਧਰਮ ਦੇ ਵਿੱਚ ਵੇਖ ਲਈਏ, ਔਰਤ ਜਿਹੜੀ ਆ ਨਾ ਉਹ ਜਨੇਊ ਨਹੀਂ ਪਾ ਸਕਦੀ। ਇਸਲਾਮ ਦੇ ਵਿੱਚ ਵੇਖ ਲਈਏ
ਤੇ ਉੱਥੇ ਵੀ ਅੱਜ ਵੀ ਉਹ ਇੱਕ ਮਰਦ ਦੇ ਬਰਾਬਰ ਦੋ ਔਰਤਾਂ ਦੀ ਗਵਾਹੀ ਮੰਨਦੇ ਨੇ। ਈਸਾਈ ਧਰਮ ਦੇ ਵਿੱਚ ਅੱਜ ਤੱਕ ਔਰਤ ਪ੍ਰਚਾਰਕ ਨਹੀਂ ਬਣ ਸਕੀ ਤੇ ਇਹ ਘਰ ਤਾਂ ਉਹ ਆ, ਅਸੀਂ ਵਾਰਸਾਂ ਬੀਬੀ ਭਾਨੀ ਦੀਆਂ ਏ, ਅਸੀਂ ਵਾਰਸਾਂ ਬੀਬੀ ਅਮਰ ਕੌਰ ਦੀਆਂ ਨੇ, ਅਮਰ ਕੌਰ ਦੀਆਂ ਹਾਂ, ਜਿਹੜੇ ਟੁੱਟੇ ਹੋਏ ਬਾਬਾ ਅਮਰਦਾਸ ਨੂੰ ਗੁਰੂ ਅਮਰਦਾਸ ਬਣਾਉਣ ਵਾਲੇ ਬਣ ਗਏ ਸਨ। ਆਓ ਆਪਾਂ ਗੁਰੂ ਚਰਨਾਂ ਨਾਲ ਜੁੜੀਏ। ਚੇਤੇ ਰੱਖਿਓ, ਦੁਸ਼ਮਣ ਮੀਰ ਮੰਨੂ ਨੂੰ ਵੀ ਇਸ ਗੱਲ ਦਾ ਪਤਾ ਸੀ ਬਈ ਜਿਸ ਕੌਮ ਨੂੰ ਬਰਬਾਦ ਕਰਨਾ ਹੋਵੇ ਉਹਦੀਆਂ ਔਰਤਾਂ ਨੂੰ ਬਰਬਾਦ ਕਰ ਦਿਓ, ਉਹ ਕੌਮ ਬਰਬਾਦ ਹੋ ਜਾਏਗੀ। ਆਓ ਮੇਰੀਓ ਭੈਣੋ, ਮੇਰੀਓ ਮਤਾਬੋ, ਉਹ 300 ਬੀਬੀਆਂ ਮੀਰ ਮੰਨੂ ਦੀ ਗ੍ਰਿਫਤਾਰੀ, ਉਹਦੀ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਆਪਣੇ ਸਭ ਤੋਂ ਕੋਮਲ ਅੰਗ ਆਪਣੇ ਬੱਚਿਆਂ ਦੇ ਟੋਟੇ ਕਰਵਾ ਲਏ ਸਨ। ਉਹਨਾਂ ਨੇ ਸਿੱਖੀ ਸਦਕ ਨਹੀਂ ਸੀ ਹਾਰਿਆ, ਉਹਨਾਂ ਨੇ ਗੁਰੂ ਚਰਨਾਂ ਤੋਂ ਉਹ ਬੇਮੁਖ ਨਹੀਂ ਸੀ ਹੋਈਆਂ। ਸੋ ਆਓ ਆਪਾਂ ਵੀ ਅੰਮ੍ਰਿਤ ਦੀ ਦਾਤ ਲਈਏ, ਗੁਰੂ ਚਰਨਾਂ ਨਾਲ ਜੁੜ ਕੇ ਆਪ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ, ਔਰ ਨਾਲ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਆਪਾਂ ਗੁਰੂ ਦੇ ਨਾਲ ਜੋੜ ਕੇ ਇਹ ਸਿੱਖੀ ਦੀ ਫੁਲਵਾੜੀ ਨੂੰ ਆਪਣੇ ਘਰ ਦੇ ਵਿੱਚ ਕਾਇਮ ਰੱਖੀਏ ਜੀ। ਭੁੱਲਾਂ ਗਲਤੀਆਂ ਦੀ ਆਪ ਜੀ ਨੇ ਖਿਮਾ ਬਖਸ਼ਣੀ, ਗੁਰੂ ਅਤੇ ਸੰਗਤ ਬਖਸ਼ਣਯੋਗ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ, ਸਮੁੱਚੇ ਪ੍ਰਬੰਧਕ ਤੇ ਆਪ ਸੰਗਤਾਂ ਦਾ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।